ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜੋ ਵੀ ਨਵੇਂ-ਨਵੇਂ ਚੇਂਜਸ ਆਏ ਨੇ ਉਹਦੇ ਬਾਰੇ ਵਿੱਚ ਲੇਟੈਸਟ ਜਾਣਕਾਰੀ ਦਿੰਦੇ ਹਾਂ, ਸਾਰੀ ਅਪਡੇਸ਼ਨ ਤੁਹਾਨੂੰ ਪਹੁੰਚਾਉਂਦੇ ਹਾਂ। ਤੇ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੈਗੇ ਆ ਤਾਂ ਤੁਸੀਂ ਪੁੱਛ ਸਕਦੇ ਹੋ ਆਪਣੇ ਪ੍ਰੋਸੈਸ ਨਾਲ ਰਿਲੇਵੈਂਟ, ਜਾਂ ਫਿਰ ਤੁਸੀਂ ਇੰਡੀਆ ਵਿੱਚ ਸਟਕ ਹੋ ਆਪਣੀ ਫਾਈਲਸ ਦੇ ਬਾਰੇ ਵਿੱਚ ਕੁਝ ਜਾਣਨਾ ਚਾਹੁੰਦੇ ਹੋ। ਸੋ ਤੁਸੀਂ ਸਾਨੂੰ ਅੱਜ ਹੇਠ ਲਿਖੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ। ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਤਰਨਜੀਤ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਭੈਣਾਂ ਭਰਾਵਾਂ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ, ਐਮਡੀ ਤੇ ਆਡੀ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਸਰ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਆ ਇਮੀਗ੍ਰੇਸ਼ਨ ਦੀ, ਜਦੋਂ ਵੀ ਆਪਾਂ ਪ੍ਰੋਗਰਾਮ ਕਰਦੇ ਆ ਕਿ ਡਰਾ ਦੀ ਕੋਈ ਗੱਲ ਹੋਈ ਹੋਵੇ, ਕੋਈ ਲੇਟੈਸਟ ਡਰਾ ਨਿਕਲਿਆ ਹੋਵੇ। ਸੋ ਅੱਜ ਵੀ ਇਹੀ ਜਾਣਕਾਰੀ ਲੈਣਾ ਚਾਹਾਂਗੀ ਕਿਉਂਕਿ ਮਾਹੌਲ ਇਹ ਜਿਹਾ ਹੈ ਕਿ ਹਰ ਕੋਈ ਵੇਟ ਕਰ ਰਿਹਾ ਕਦੋਂ ਨਵੇਂ ਤੋਂ ਨਵਾਂ ਡਰਾ ਨਿਕਲੇ ਤੇ ਕੀ ਸਕੋਰ ਜਾਣ। ਸੋ ਇਸ ਵਾਰ ਕੀ ਕੋਈ ਡਰਾ ਜਿਹੜਾ ਉਹ ਦੇਖਣ ਨੂੰ ਮਿਲਿਆ, ਕੋਈ ਨਿਕਲਿਆ ਹੋਵੇ ਨਵਾਂ ਡਰਾ? ਤਰਨ ਜੀ, ਅੱਜ ਵੀ ਇੱਕ ਡਰਾ ਆਊਟ ਹੋਇਆ ਜੀ। 385 ਇਨਵੀਟੇਸ਼ਨ ਦਿੱਤੇ ਗਏ ਨੇ 757 ਪੁਆਇੰਟ ਤੇ। ਓਕੇ। ਸੋ ਜਿਨ੍ਹਾਂ ਦੇ ਕੋਲ ਪੀਐਨਪੀ ਸਰਟੀਫਿਕੇਟ ਸੀਗਾ, ਪੀਐਨਪੀ ਸਰਟੀਫਿਕੇਟ ਆਇਆ ਸੀਗਾ, ਉਹਨਾਂ ਬੇਸਿਕਲੀ ਇਹ ਡਰਾ ਉਹਨਾਂ ਵਾਸਤੇ ਹੈਗਾ। ਸੋ 385 ਇਨਵੀਟੇਸ਼ਨ ਇਸ ਡਰਾ ਦੇ ਵਿੱਚ ਦਿੱਤੇ ਗਏ ਨੇ। ਬਟ ਇਹ ਤਾਂ ਅਸੀਂ ਗੱਲ ਕਰ ਲਈ ਕਿ ਫੈਡਰਲ ਡਰਾ ਦੀ, ਪੀਐਨਪੀ ਦੀ। ਉਹਦੇ ਇਲਾਵਾ ਕਾਫੀ ਸਾਰੇ ਪੀਐਨਪੀ ਡਰਾਜ਼ ਵੀ ਆਊਟ ਹੋਏ ਨੇ। ਜੇ ਅਸੀਂ ਗੱਲ ਕਰ ਲਈਏ ਕਿਊਬੈਕ ਦਾ ਡਰਾ ਆਊਟ ਹੋਇਆ ਹੈ। ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ 133 ਇਨਵੀਟੇਸ਼ਨਸ ਦਿੱਤੇ ਨੇ। ਉਸ ਤੋਂ ਬਾਅਦ ਹਰ ਪ੍ਰੋਵਿੰਸ ਨੇ, ਨੋਵਾ ਸਕੋਸ਼ੀਆ ਨੇ ਇਨਵਾਈਟ ਕੀਤਾ ਹੈ, ਮੈਨੀਟੋਬਾ ਨੇ ਇਨਵਾਈਟ ਕੀਤੇ ਨੇ, ਇਨਵੀਟੇਸ਼ਨਸ ਦਿੱਤੇ ਨੇ। ਸੋ ਹਰ ਪ੍ਰੋਵਿੰਸ ਆਪਣਾ ਪ੍ਰਿੰਸ ਐਡਵਰਡ ਆਈਲੈਂਡ ਨੇ ਛੋਟੇ ਜਿਹੇ ਇਨਵੀਟੇਸ਼ਨ ਦਿੱਤੇ ਨੇ। ਸੋ ਕਾਫੀ ਸਾਰੀਆਂ ਡਿਵੈਲਪਮੈਂਟਸ ਹੈਗੀਆਂ, ਕਾਫੀ ਸਾਰੀਆਂ ਚੇਂਜਸ ਹੈਗੀਆਂ। ਐਂਡ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ ਕਿ ਅੱਜ ਦੀ ਤਰੀਕ ਦੇ ਵਿੱਚ ਜੌਬ ਆਫਰਸ ਐਂਡ ਪੀਐਨਪੀਸ, ਜਾਂ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋਏ ਹੋ ਇੰਟਰਾ ਕੰਪਨੀ ਟ੍ਰਾਂਸਫਰ ਦੇ ਉੱਤੇ, ਤੇ ਤੁਹਾਡੀ ਐਪਲੀਕੇਸ਼ਨ ਆਰਾਮ ਨਾਲ ਪ੍ਰੋਸੈਸ ਹੋ ਸਕਦੀ ਹੈ। ਜੀ। ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਆਪਣੀ ਡਿਟੇਲ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸਾਡਾ ਫੋਨ ਨੰਬਰ ਜਾਂ ਈਮੇਲ ਆਈਡੀ ਹੈਗਾ info@iccimmigration.ca, ਜਾਂ ਫਿਰ ਕਾਲ ਕਰ ਸਕਦੇ ਹੋ 9054612424। ਤੁਸੀਂ 1-on-1 ਕੇਸ ਆਪਣਾ ਜ਼ਰੂਰ ਡਿਸਕਸ ਕਰ ਸਕਦੇ ਹੋ। ਤਰਨ, ਮੈਂ ਇੱਕ ਚੀਜ਼ ਜ਼ਰੂਰ ਐਡ ਕਰਨਾ ਚਾਹਾਂਗਾ। ਸਾਨੂੰ ਕਾਫੀ ਸਾਰੇ ਇਹੋ ਜਿਹੀਆਂ ਕਾਲਾਂ ਆਉਂਦੀਆਂ ਜਿੱਥੇ ਕਹਿੰਦੇ ਨੇ ਕਿ ਸਾਡੇ ਕੇਸ ਲੱਗਾ ਹੋਇਆ ਜੀ, ਸਾਡੇ ਕੀ ਬਣੇਗਾ। ਜਿਨ੍ਹਾਂ ਦਾ ਵੀ ਕੇਸ ਪ੍ਰੋਸੈਸ ਦੇ ਵਿੱਚ ਹੈਗਾ ਆ, ਅਸੀਂ ਉਹਨਾਂ ਨੂੰ ਇੱਕੋ ਹੀ ਸੁਜੈਸ਼ਨ ਦੇਵਾਂਗੇ, ਪਹਿਲੇ ਤਾਂ ਆਪਣੇ ਕੰਸਲਟੈਂਟ, ਆਪਣੇ ਲਾਇਰ ਦੇ ਨਾਲ ਗੱਲ ਕਰੋ ਜਿਨ੍ਹਾਂ ਨੇ ਤੁਹਾਡੀ ਕੇਸ ਐਪਲੀਕੇਸ਼ਨ ਪੁੱਟ ਅਪ ਕੀਤੀ ਹੋਈ ਹੈ। ਸੈਕੰਡ ਆਫ ਆਲ, ਬੀ ਪੇਸ਼ੈਂਟ। ਅੱਜ ਦੀ ਤਰੀਕ ਦੇ ਵਿੱਚ ਬਿਕੋਜ਼ ਆਫ ਦਾ ਕਰੰਟ ਸਰਕਮਸਟੈਂਸਸ, ਕਰੰਟ ਸਿਚੁਏਸ਼ਨ, ਟਾਈਮ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਹੈਗਾ। ਸੋ ਬੀ ਪੇਸ਼ੈਂਟ ਵਿਦ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਐਜ਼ ਵੈਲ। ਸੋ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਜ਼ਰੂਰ ਹੋ ਰਹੀ ਹੈ, ਬਟ ਟੇਕ ਇਟ ਈਜ਼ੀ। ਜੀ ਸਰ, ਤੁਸੀਂ ਕਿਹਾ ਕਿ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਰਿਹਾ। ਜਿਵੇਂ ਅੱਜ ਪੀਐਨਪੀ ਦਾ ਜਿਹੜੇ ਲੇਟੈਸਟ ਡਰਾ ਨਿਕਲੇ ਨੇ, ਇਹਦੇ ਵਿੱਚ ਕੋਈ ਖਾਸ ਕੈਟਾਗਰੀ ਸਿਲੈਕਟ ਕੀਤੀ ਗਈ ਆ ਜਾਂ ਇਹ ਕਿਸ ਚੀਜ਼ ਲਈ ਨਿਕਲੇ ਨੇ? ਤਰਨ, ਕੋਈ ਖਾਸ ਕੈਟੇਗਰੀ ਨਹੀਂ ਹੈਗੀ। ਭਾਵੇਂ ਤੁਸੀਂ ਕਿਸੇ ਵੀ ਪ੍ਰੋਵਿੰਸ ਦਾ, ਜੇ ਤੁਹਾਡੇ ਕੋਲ ਪੀਐਨਪੀ ਸਰਟੀਫਿਕੇਟ ਸੀਗਾ ਤਾਂ ਹੀ ਉਹ 600 ਪੁਆਇੰਟਸ ਐਡ ਹੋਏ ਨੇ। ਸੋ ਲਾਸਟ ਕੱਟ ਆਫ ਜਿਹੜਾ ਗਿਆ 757 ਪੁਆਇੰਟਸ ਤੇ ਗਿਆ ਹੈਗਾ। ਸੋ ਦੈਟ ਮੀਨਸ ਕਿ ਈਵਨ ਆਈਲੈਟਸ ਦਾ ਸਕੋਰ ਘੱਟ ਹੈਗਾ ਜਾਂ ਬਿਲਕੁਲ ਨਹੀਂ ਹੈਗਾ ਤਾਂ ਵੀ ਤੁਸੀਂ ਪਿਕ ਹੋਏ ਹੋ। ਇਹਨਾਂ ਡਰਾਜ਼ ਦੇ ਘੱਟ ਹੈਗਾ ਤਾਂ ਵੀ ਪਿਕ ਹੋਏ ਹੋ। ਸੋ ਡਿਪੈਂਡ ਕਰੇਗਾ ਕਿ ਕਿਹੜੇ ਪ੍ਰੋਵਿੰਸ ਦਾ ਤੁਹਾਡੇ ਕੋਲ ਪੀਐਨਪੀ ਸਰਟੀਫਿਕੇਟ ਸੀਗਾ। ਸੋ ਭਾਵੇਂ ਓਨਟਾਰੀਓ ਦੇ ਵਿੱਚ ਹੈਗਾ, ਭਾਵੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ। So it is the PNP certificate which has worked. It's magic here in this room. ਜੀ ਸਰ, ਇਸ ਵੇਲੇ ਜਿਵੇਂ ਦੀ ਸਥਿਤੀ ਚੱਲ ਰਹੀ ਹੈ, ਜੌਬ ਆਫਰ ਤੁਸੀਂ ਕਿਹਾ ਕਿ ਜਿਹਦੇ ਕੋਲ ਹੋਵੇ ਉਹਦੇ ਲਈ ਸੋਨੇ ਤੇ ਸੁਹਾਗੇ ਦੀ ਗੱਲ ਹੈਗੀ ਆ। ਸੋ ਬਟ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕਈਆਂ ਦੇ ਕੋਲ ਜੌਬਸ ਨਹੀਂ ਹੈਗੀਆਂ, ਸੋ ਕੀ ਆਪਾਂ ਉਹਨਾਂ ਨੂੰ ਕੁਝ ਗਾਈਡ ਕਰ ਸਕਦੇ ਹਾਂ ਕਿ ਜੇਕਰ ਉਹਨਾਂ ਨੇ ਜੌਬ ਹੀ ਲੈਣੀਆਂ ਨੇ ਤਾਂ ਕਿਹੜੀਆਂ ਇਸ ਟਾਈਮ ਇਨ ਡਿਮਾਂਡਸ ਜੌਬ ਹੈਗੀਆਂ ਨੇ ਜਿਨ੍ਹਾਂ ਵਿੱਚ ਲੈ ਕੇ ਉਹ ਅੱਗੇ ਆਪਣੇ ਫਿਊਚਰ ਨੂੰ ਥੋੜਾ ਸਿਕਿਉਰ ਕਰ ਸਕਦੇ ਨੇ? ਓਕੇ ਤਰਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜੌਬ ਆਫਰ ਵਾਸਤੇ ਹਮੇਸ਼ਾ ਕਹਿੰਦਾ ਕਿ ਤੁਸੀਂ ਜਿਹੜੇ ਵੀ EMPLOYER ਨਾਲ ਆਪ ਕੰਮ ਕਰ ਰਹੇ ਹੋ, ਪੂਰੀ ਸਿੰਸੀਅਰਿਟੀ, ਓਨੈਸਟੀ ਨਾਲ ਕੰਮ ਕਰੋ ਤਾਂ ਕਿ ਤੁਹਾਡਾ EMPLOYER ਵੀ ਤੁਹਾਨੂੰ ਉਸੇ ਤਰ੍ਹਾਂ ਸਪੋਰਟ ਕਰੇ। ਐਂਡ ਜੌਬ ਆਫਰਸ LMIA ਅੱਜ ਵੀ ਪ੍ਰੋਸੈਸ ਹੋ ਰਹੇ ਨੇ। ਸਰਵਿਸ ਕੈਨੇਡਾ ਅੱਜ ਵੀ ਐਪਲੀਕੇਸ਼ਨ ਐਕਸੈਪਟ ਕਰ ਰਹੀ ਹੈ। ਕੁਝ ਕੇਸਿਸ ਦੇ ਵਿੱਚ ਡਿਸੀਜਨ ਜ਼ਰੂਰ ਹੋਲਡ ਕਰ ਰਹੀ ਹੈ, ਬਟ ਮੋਸਟ ਆਫ them ਡਿਸੀਜਨਸ ਵੀ ਆ ਰਹੇ ਨੇ। ਸੋ ਜਿਹੜਾ ਪ੍ਰੋਸੈਸ ਹੈਗਾ ਆ LMIA ਦਾ, ਉਹਦੇ ਵਿੱਚ ਹੈਗਾ ਕਿ ਬੇਸਿਕਲੀ ਤੁਹਾਡੀ ਐਡਵਰਟਾਈਜ਼ਮੈਂਟ ਸ਼ੁੱਡ ਰਨ ਫॉर ਮਿਨੀਮਮ 4 ਵੀਕਸ, ਔਰ 4 ਵੀਕਸ ਤੇ ਐਡਵਰਟਾਈਜ਼ਮੈਂਟ ਤੋਂ ਬਾਅਦ ਤੁਹਾਡੀ ਸਰਵਿਸ ਕੈਨੇਡਾ ਦੇ ਕੋਲ ਐਪਲੀਕੇਸ਼ਨ ਜਾਣੀ ਚਾਹੀਦੀ ਹੈ। ਐਂਡ ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਪੁੱਟ ਅਪ ਕਰੋ ਜਾਂ LMIA ਵਾਸਤੇ ਕੋਸ਼ਿਸ਼ ਕਰੋ, ਆਪਣੇ EMPLOYER ਦਾ ਜ਼ਰੂਰ ਸਰਕਮਸਟੈਂਸਸ ਚੈੱਕ ਕਰ ਲਓ ਕਿ ਉਹਨਾਂ ਦੇ ਕੋਲ ਕਿੰਨੇ EMPLOYEES ਹੈਗੇ ਨੇ, ਉਹਨਾਂ ਦਾ ਸੇਲ ਰੈਵਨਿਊ ਕਿਸ ਤਰ੍ਹਾਂ ਦਾ ਹੈਗਾ, ਤਾਂ ਕਿ ਜੇ ਉਹ ਕੇਸ ਹੁੰਦਾ ਹੋਵੇ ਤਾਂ ਹੀ ਉਹ ਐਪਲੀਕੇਸ਼ਨ ਤੁਸੀਂ ਇਨੀਸ਼ੀਏਟ ਕਰੋ। ਨਹੀਂ ਤਾਂ ਇਨੀਸ਼ੀਏਟ ਕਰਨ ਦਾ ਵੀ ਕੋਈ ਫਾਇਦਾ ਨਹੀਂ ਜੇ ਰਿਫਿਊਜ਼ਲ ਨਜ਼ਰ ਆਉਂਦਾ ਪਿਆ।
ਸੋ ਕਿਸੇ ਅੱਛੇ ਕੰਸਲਟੈਂਟ ਲਾਇਰ ਦੀ ਸਲਾਹ ਲਓ ਤਾਂ ਕਿ ਜਿਹੜੇ ਜਿਹੜੇ ਰੋਜ਼ ਦੀ ਰੋਜ਼ ਡੀਲ ਕਰਦੇ ਨੇ ਸਰਵਿਸ ਕੈਨੇਡਾ ਦੇ ਹੈਵ ਮੋਰ ਅਪਡੇਟਡ ਇਨਫੋਰਮੇਸ਼ਨ ਐਂਡ ਦੇ ਕੈਨ ਸ਼ੇਅਰ ਦੈਟ ਵਿਦ ਯੂ। ਸੈਕੰਡ ਆਫ ਆਲ, ਤੁਸੀਂ ਕਿਹਾ ਕਿ ਇਨ ਡਿਮਾਂਡ ਆਕੂਪੇਸ਼ਨਸ ਕਿਹੜੇ ਚੱਲ ਰਹੇ ਨੇ ਜੀ। ਹਰ ਪ੍ਰੋਵਿੰਸ ਦੇ ਆਪਣੇ ਆਪਣੇ ਇਨ ਡਿਮਾਂਡ ਆਕੂਪੇਸ਼ਨਸ ਹੈਗੇ ਨੇ। ਜੇ ਅਸੀਂ ਓਨਟਾਰੀਓ ਦੀ ਗੱਲ ਕਰਦੇ ਹਾਂ, ਇਸ ਟਾਈਮ ਤੇ ਟਰੱਕ ਡਰਾਈਵਰਸ, ਭਾਵੇਂ ਤੁਸੀਂ ਡੀਜ਼ੈਡ ਡਰਾਈਵਰ ਹੈਗੇ ਹੋ, ਭਾਵੇਂ ਏਜ਼ੈਡ ਡਰਾਈਵਰ ਹੈਗੇ ਹੋ, ਜੇ ਤੁਹਾਨੂੰ 9 ਮਹੀਨੇ ਹੋ ਗਏ ਕੈਨੇਡਾ ਦੇ ਵਿੱਚ ਕੰਮ ਕਰਦਿਆਂ ਹੋਇਆਂ, ਓਨਟਾਰੀਓ ਦੇ ਵਿੱਚ ਕੰਮ ਕਰਦਿਆਂ ਹੋਇਆਂ, ਤੇ ਤੁਸੀਂ ਇਸ ਇਨ ਡਿਮਾਂਡ ਦੇ ਵਿੱਚ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ। ਇਹਦੇ ਵਿੱਚ ਈਵਨ ਜਿਹੜੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ, ਜੇ ਇੱਥੇ ਡਰਾਈਵ ਕਰ ਰਹੇ ਨੇ ਕਿਸੇ EMPLOYER ਦੇ ਨਾਲ, ਐਂਡ EMPLOYER ਉਹਨਾਂ ਨੂੰ PNP ਵਾਸਤੇ ਹੈਲਪ ਕਰਨ ਵਾਸਤੇ ਤਿਆਰ ਹੈਗਾ। ਹੁਣ EMPLOYER ਦੀ ਰਿਕੁਆਇਰਮੈਂਟਸ ਕੀ ਹੈਗੀਆਂ? EMPLOYER ਦੀ ਰਿਕੁਆਇਰਮੈਂਟਸ ਹੈਗੀਆਂ ਕਿ ਉਹਨਾਂ ਦਾ ਰੈਵਨਿਊ ਜਿਹੜਾ ਹੈਗਾ ਓਵਰ $1 ਮਿਲੀਅਨ ਹੋਵੇ, ਜਿਹੜਾ ਟਰੱਕਿੰਗ ਕੰਪਨੀ ਵਾਸਤੇ ਪੀਨਟਸ ਹੈਗਾ, ਬੜਾ ਘੱਟ ਜਿਹਾ ਹੈਗਾ। ਸੋ ਹਰ ਟਰੱਕਿੰਗ ਕੰਪਨੀ ਇਜ਼ ਸਮਥਿੰਗ ਲਾਈਕ ਮਿਨੀਮਮ 6 ਮਿਲੀਅਨ, 10 ਮਿਲੀਅਨ, 20 ਮਿਲੀਅਨ ਜਾਂ ਇਵਨ ਮੋਰ ਦੈਨ ਦੈਟ। ਸੈਕੰਡ ਆਫ ਆਲ, ਉਸ ਕੰਪਨੀ ਦੇ ਕੋਲ ਪਿਛਲੇ 5 ਸਾਲ ਦੇ ਵਿੱਚ, ਐਂਡ ਆ ਜਿਹੜਾ ਰੈਵਨਿਊ ਹੈਗਾ ਹਰ ਸਾਲ ਇੰਨਾ ਹੋਣਾ ਚਾਹੀਦਾ ਮਿਨੀਮਮ। ਸੈਕੰਡ ਆਫ ਆਲ, ਉਸ ਕੰਪਨੀ ਦੇ ਵਿੱਚ ਮਿਨੀਮਮ 5 ਫੁੱਲ ਟਾਈਮ PR ਔਰ ਕੈਨੇਡੀਅਨ EMPLOYEES ਹੋਣੇ ਚਾਹੀਦੇ ਨੇ। ਜਿਹੜੇ ਟੈਂਪਰੇਰੀ EMPLOYEES ਹੈਗੇ ਨੇ ਉਹ ਕੰਸੀਡਰ ਨਹੀਂ ਹੋਣਗੇ। ਸੋ ਹਰ 5 EMPLOYEES ਪਿੱਛੇ ਉਹ ਇੱਕ ਜੌਬ ਆਫਰ ਦੇ ਸਕਦੇ ਨੇ। ਸੋ ਹੁਣ ਟਰੱਕਿੰਗ ਕੰਪਨੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਅੱਜ ਦੀ ਤਰੀਕ ਦੇ ਵਿੱਚ PNP ਇਹਨਾਂ ਦਾ ਥਰੂ ਹੋ ਰਿਹਾ। ਸੈਕੰਡ ਆਫ ਆਲ, ਜਿਨ੍ਹਾਂ ਦੇ ਕੋਲ ਫਾਰਮਿੰਗ ਦਾ ਐਕਸਪੀਰੀਅੰਸ ਹੈ, ਜਿਹੜੇ ਕੈਟਲ ਫਾਰਮ, ਲਾਈਵ ਸਟਾਕ ਦੇ ਵਿੱਚ ਜਾਂ ਮਸ਼ਰੂਮ ਫਾਰਮਸ, ਗ੍ਰੀਨ ਹਾਊਸ ਦੇ ਵਿੱਚ ਕੰਮ ਕਰ ਰਹੇ ਨੇ ਓਨਟਾਰੀਓ ਦੇ ਵਿੱਚ, ਉਹ EMPLOYER ਜੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਤਿਆਰ ਹੈ, ਤੇ ਇਹ ਵੀ ਇਨ ਡਿਮਾਂਡ ਐਪਲੀਕੇਸ਼ਨਸ ਅੱਜ ਵੀ ਐਕਸੈਪਟ ਹੋ ਰਹੀਆਂ ਹੈਗੀਆਂ। ਤੀਸਰੀ ਜਿਹੜੇ ਇਨ ਡਿਮਾਂਡ ਐਪਲੀਕੇਸ਼ਨ ਜਿਹੜੀਆਂ ਓਨਟਾਰੀਓ ਦੇ ਵਿੱਚ ਐਕਸੈਪਟ ਹੋ ਰਹੀਆਂ, ਉਹ ਕੰਸਟਰਕਸ਼ਨ ਇੰਡਸਟਰੀ ਦੀਆਂ ਹੋ ਰਹੀਆਂ। ਸੋ ਅਗੇਨ EMPLOYER ਰਿਕੁਆਇਰਮੈਂਟਸ ਮੀਟ ਕਰਨੀ ਚਾਹੀਦੀਆਂ। ਐਂਡ ਨਾਲ ਦੀ ਨਾਲ ਜੇ ਕੋਈ ਨਰਸਿੰਗ ਆਰਡਲੀਜ਼ ਕੰਮ ਕਰ ਰਹੇ ਹੋ, ਐਜ਼ ਅ ਕੇਅਰ ਗਿਵਰ ਕੰਮ ਕਰ ਰਹੇ ਹੋ, ਬਟ ਅਗੇਨ ਉਹ ਉਸ ਕੰਪਨੀ ਦੇ ਥਰੂ ਕੰਮ ਕਰ ਰਹੇ ਹੋ ਜਿਹਦਾ ਰੈਵਨਿਊ ਜ਼ਿਆਦਾ ਹੈਗਾ, ਤੇ ਤੁਹਾਡੀ PNP ਅੱਜ ਵੀ ਇਹਨਾਂ ਸਾਰੇ ਟ੍ਰੇਡ ਦੇ ਵਿੱਚ ਪੋਸੀਬਲ ਹੈਗੀ ਹੈ। ਐਪਲੀਕੇਸ਼ਨਸ ਖੁੱਲੀਆਂ ਹੋਈਆਂ, ਐਕਸੈਪਟ ਹੋ ਰਹੀਆਂ ਹੈਗੀਆਂ। ਸੋ ਜੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਇਨ ਡਿਮਾਂਡ ਆਕੂਪੇਸ਼ਨਸ ਦੀ, ICC ਇਮੀਗ੍ਰੇਸ਼ਨ ਦੇ ਸਾਨੂੰ ਕੰਟੈਕਟ ਕਰ ਸਕਦੇ ਹੋ। ਐਂਡ ਖਾਸ ਕਰ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੇਟ ਕਰ ਰਹੇ ਨੇ ਕਿ ਸਾਡੀ PNP ਲੱਗ ਵੀ ਸਕਦੀ ਹੈ ਜਾਂ ਨਹੀਂ ਲੱਗ ਸਕਦੀ। ਇਸੇ ਤਰ੍ਹਾਂ ਕੰਸਟਰਕਸ਼ਨ ਇੰਡਸਟਰੀ ਵਾਲੇ, ਤੁਹਾਡੀ ਐਪਲੀਕੇਸ਼ਨ ਅੱਜ ਵੀ ਜਾ ਸਕਦੀ ਹੈ। ਐਂਡ ਗ੍ਰੈਬ ਦਿਸ ਓਪਰਚੁਨਿਟੀ, ਬਿਕੋਜ਼ ਹੋ ਸਕਦਾ ਹੈ ਕਿ ਇਹ ਵੀ ਕੋਟੇ ਦੇ ਵਿੱਚ ਆ ਜਾਣ ਤੇ ਕੱਲ ਨੂੰ ਇਹ ਵੀ ਐਪਲੀਕੇਸ਼ਨ ਐਕਸੈਪਟ ਹੋਣੀਆਂ ਬੰਦ ਹੋ ਜਾਣ। ਸੋ ਪੁੱਟ ਇਨ ਯੂਰ ਐਪਲੀਕੇਸ਼ਨ ਵੈਨ ਯੂ ਸਟਿਲ ਹੈਵ ਅ ਚਾਂਸ। ਐਂਡ ਅੱਜ ਦੀ ਤਰੀਕ ਦੇ ਵਿੱਚ PNP ਤਕਰੀਬਨ 6 ਤੋਂ 8 ਹਫ਼ਤਿਆਂ ਦੇ ਵਿੱਚ ਅਪਰੂਵ ਹੋ ਕੇ ਆ ਰਹੀ ਹੈ। ਸੋ 6 ਤੋਂ 8 ਹਫ਼ਤੇ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਥਰੂ ਹੋ ਸਕਦੀ ਹੈ PNP ਦੀ। ਤੋਂ ਇਨਫੋਰਮੇਸ਼ਨ ਲੈਣ ਵਾਸਤੇ ਗੈਟ ਇਨ ਟੱਚ ਵਿਦ ਅਸ। ਸਰ, ਤੁਸੀਂ PNP ਦੀ ਗੱਲ ਕੀਤੀ ਹੈ, ਮੈਂ ਇੱਥੇ ਐਕਸਪ੍ਰੈਸ ਐਂਟਰੀ ਦੇ ਬਾਰੇ ਵਿੱਚ ਵੀ ਜਾਣਨਾ ਚਾਹੂੰਗੀ, ਕਿਉਂਕਿ ਇਸ ਵਕਤ ਸਿਰਫ ਐਕਸਪ੍ਰੈਸ ਐਂਟਰੀਜ਼ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਹੋਲਡਰ ਨੂੰ ਹੀ ਜਿਹੜੀ ਤਰਜੀਹ ਦਿੱਤੀ ਜਾ ਰਹੀ ਹੈ। ਸੋ ਇਹਦੇ ਵਿੱਚ ਜਿਹੜੇ ਹੁਣ ਕਾਫੀ ਆਊਟਸਾਈਡ ਕੈਨੇਡਾ ਜਿਹੜੇ ਬੈਠੇ ਨੇ, ਪੁਆਇੰਟਸ ਨੂੰ ਮੀਟ ਕਰ ਪਾ ਰਹੇ ਨੇ, ਉਹ ਕਦੋਂ ਤੋਂ ਓਪਨ ਹੋਣ ਦੀ ਸੰਭਾਵਨਾ ਹੈਗੀ ਹੈ? ਤਰਨ, ਅਸੀਂ ਅੱਜ ਵੀ ਕਹਿ ਰਹੇ ਹਾਂ ਜੀ, ਜੇ ਤੁਹਾਡੇ ਕੋਲ ਮਾਸਟਰਸ ਡਿਗਰੀ ਹੈਗੀ ਹੈ, ਮਾਸਟਰਸ ਦੀ ਇਕੁਇਲੈਂਸੀ ਮਿਲੀ ਹੋਈ ਹੈ, ਆਈਲੈਟਸ ਦਾ CLB 9 ਹੈਗਾ, ਮਤਲਬ ਜਾਂ ਤੇ ਸੈਲਪਿਪ ਦੇ ਵਿੱਚ 9999 ਹੋਵੇ, ਜਾਂ ਆਈਲੈਟਸ ਦੇ ਵਿੱਚ 8 ਇਨ ਲਿਸਨਿੰਗ ਐਂਡ 7 ਇਨ ਰੀਡਿੰਗ, ਰਾਈਟਿੰਗ ਐਂਡ ਸਪੀਕਿੰਗ ਹੋਵੇ। 30 ਸਾਲ ਤੋਂ ਘੱਟ ਉਮਰ ਹੈਗੀ ਹੈ, ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੈਗਾ ਐਜ਼ ਅ ਟੀਚਰ, ਡਾਕਟਰ, ਇੰਜੀਨੀਅਰ, ਕਾਲਜ ਲੈਕਚਰਰ, ਪ੍ਰੋਫੈਸਰ। ਤੇ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਅੱਜ ਵੀ ਤੁਹਾਡੇ ਸਫੀਸ਼ੀਐਂਟ ਪੁਆਇੰਟਸ ਹੋ ਸਕਦੇ ਕਿ ਤੁਹਾਡੀ ਐਪਲੀਕੇਸ਼ਨ ਥਰੂ ਹੋ ਸਕਦੀ ਹੈਗੀ ਹੈ। ਸੋ ਕਦੋਂ ਐਪਲੀਕੇਸ਼ਨ ਕਦੋਂ ਐਕਸੈਪਟ ਹੋਏਗੀ? ਜਦੋਂ ਵੀ ਐਪਲੀਕੇਸ਼ਨ, ਬਿਕੋਜ਼ ਤੁਹਾਡੇ 470 ਪਲੱਸ ਪੁਆਇੰਟਸ ਬਣ ਰਹੇ ਨੇ। ਸੋ ਯੂ ਹੈਵ ਵੈਰੀ ਗੁੱਡ ਚਾਂਸਸ ਈਵਨ ਜਦੋਂ ਵੀ ਐਪਲੀਕੇਸ਼ਨ ਐਕਸੈਪਟ ਹੋਣੀ ਸ਼ੁਰੂ ਹੁੰਦੀ ਹੈ। ਅੱਜ ਦੀ ਤਰੀਕ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉੱਤੇ ਇਸ ਵਾਸਤੇ ਫੋਕਸ ਹੈਗਾ ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਅਸੀਂ ਕਾਫੀ ਜ਼ਿਆਦਾ ਇਸ਼ੂਜ਼ ਵੀ ਰੇਜ਼ ਕੀਤੇ ਸੀਗੇ, ਬਿਕੋਜ਼ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਗ੍ਰੇਡ 12 ਕਰਕੇ ਆਏ ਸੀ, ਉਹਨਾਂ ਦਾ ਥਰੂ ਹੋਣਾ ਮੁਸ਼ਕਲ ਹੋ ਗਿਆ ਸੀ 470 ਪੁਆਇੰਟਸ ਜੀ ਦੇ ਬਿਲਕੁਲ ਸਰ, ਅਸੀਂ ਇਹਦੇ ਉੱਤੇ। ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਉਹਨਾਂ ਦੀ ਜਿਹੜਾ ਸਵਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਟਨ ਤੋਂ ਗੱਲ ਕਰ ਰਿਹਾ ਹਾਂ ਸਰ। ਮੈਂ ਆਪਣੀ ਪ੍ਰੋਫਾਈਲ ਦੇ ਰਿਗਾਰਡਿੰਗ ਕੁਐਸਚਨ ਕਰਨਾ ਸੀ ਜੀ। ਐਕਚੁਅਲੀ ਮੈਂ ਰੀਸੈਂਟ ਗ੍ਰੈਜੂਏਟ ਹਾਂ, ਮੇਰਾ ਕੋਰਸ ਸੀਗਾ ਕੰਸਟਰਕਸ਼ਨ ਇੰਜੀਨੀਅਰਿੰਗ ਟੈਕਨੀਸ਼ੀਅਨ। ਮੈਂ ਸਭ ਨੂੰ ਪੁੱਛਣਾ ਸੀ ਜਿਹੜਾ OINP 'ਚ ਇਨ ਡਿਮਾਂਡ ਦੇ ਵਿੱਚ ਹੈਗਾ, ਉਹ ਐਜ਼ ਏ ਕੰਸਟਰਕਸ਼ਨ ਕੰਪਨੀ ਦੇ ਵਿੱਚ ਜਨਰਲ ਲੇਬਰ ਵੀ ਚੱਲ ਜਾਊਗਾ ਜਾਂ ਐਜ਼ ਏ ਕੰਸਟਰਕਸ਼ਨ ਵਰਕਰ ਹੀ ਉਹਨਾਂ ਨੂੰ ਜੌਬ ਕਰਨੀ ਚਾਹੀਦੀ ਆ? ਐਂਡ ਮੇਰਾ ਸੈਕੰਡ ਕੁਐਸਚਨ ਸੀਗਾ ਕਿ ਲਾਈਕ ਜਿੱਦਾਂ ਐਜ਼ ਏ AIPP ਪ੍ਰੋਗਰਾਮ ਨੈਕਸਟ ਈਅਰ ਮਾਰਚ ਤੱਕ ਹੈਗਾ, ਸੋ ਉਹ ਐਕਸਟੈਂਡ ਹੋਊਗਾ ਜਾਂ ਸਾਨੂੰ ਉਹਦੇ ਲਈ ਨਹੀਂ ਜਾਣਾ ਚਾਹੀਦਾ? ਜੀ ਮਨੂ ਜੀ, ਤੁਸੀਂ ਸਵਾਲ ਸੁਣ ਲਿਆ? ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ, ਬਿਲਕੁਲ ਦੇ ਜੀ, ਸਕਦੇ ਤੁਸੀਂ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ।
ਤਰਨ ਜੀ ਇਹਨਾਂ ਦੇ ਦੋ ਸਵਾਲ ਸੀਗੇ ਜੀ। ਪਹਿਲੇ ਤੇ ਕੰਸਟਰਕਸ਼ਨ ਇੰਡਸਟਰੀ ਦੇ ਤੌਰ ਤੇ ਲੇਬਰ ਦੇ ਵਿੱਚ ਕੰਮ ਕਰਨ ਜਾਂ ਵਰਕਰ ਦੇ ਤੌਰ ਤੇ ਕੰਮ ਕਰਨ ਤੇ ਇਹਨਾਂ ਦੀ ਫੇਲ ਥਰੂ ਹੋ ਸਕਦੀ ਹੈ। ਦੋਨਾਂ ਇੰਸਟੈਂਸਸ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਲੱਗ ਸਕਦੀ ਹੈ, ਜੇ ਕੰਸਟਰਕਸ਼ਨ ਲੇਬਰ ਦੇ ਵਿੱਚ ਜਾਂ ਕੰਸਟਰਕਸ਼ਨ ਵਰਕਰ ਕਿਸੇ ਦੇ ਵਿੱਚ ਵੀ ਇਹ ਕੰਮ ਕਰਦੇ ਹੋਣਗੇ, ਪ੍ਰੋਵਾਈਡਡ EMPLOYER ਇਹਨਾਂ ਦਾ ਰਿਕੁਆਇਰਮੈਂਟਸ ਮੀਟ ਕਰਦਾ ਹੋਵੇ ਤੇ EMPLOYER ਸਪੋਰਟ ਕਰਨ ਵਾਸਤੇ ਤਿਆਰ ਹੋਵੇ। ਇਹਨਾਂ ਨੂੰ ਇੱਕੋ ਹੀ ਰਿਕਮੈਂਡੇਸ਼ਨ ਦਵਾਂਗਾ ਕਿ ICC ਇਮੀਗ੍ਰੇਸ਼ਨ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ ਐਂਡ ਵੀ ਕੈਨ ਗਾਈਡ them। ਦੂਸਰਾ ਸਵਾਲ ਇਹਨਾਂ ਦਾ ਸੀਗਾ ਐਟਲਾਂਟਿਕ ਪ੍ਰੋਵਿੰਸ਼ੀਅਲ ਪ੍ਰੋਗਰਾਮ ਕਿ ਐਟਲਾਂਟਿਕ ਦਾ ਪਾਇਲਟ ਜਿਹੜਾ ਹੈਗਾ ਉਹ ਅਗਲੇ ਸਾਲ ਮਾਰਚ ਤੱਕ ਹੀ ਹੈਗਾ। ਐਟਲਾਂਟਿਕ ਦਾ ਪਾਇਲਟ ਜਿਹੜਾ ਪ੍ਰੋਜੈਕਟ ਹੈਗਾ, ਦਿਸ ਹੈਜ਼ ਬੀਨ ਹਿਊਜਲੀ ਸਕਸੈਸਫੁਲ। ਸੋ ਅਸੀਂ ਨੋਵਾ ਸਕੋਸ਼ੀਆ ਦੀ ਗੱਲ ਕਰ ਲਈਏ, ਨਿਊ ਬ੍ਰਾਂਸਵਿਕ ਦੀ ਗੱਲ ਕਰ ਲਈਏ, ਪ੍ਰਿੰਸ ਐਡਵਰਡ ਆਇਲੈਂਡ ਵਾਸਤੇ ਗੱਲ ਕਰ ਲਈਏ, ਨਿਊ ਫਾਊਂਡਲੈਂਡ ਲੈਬਰਾਡੋਰ ਵਾਸਤੇ ਗੱਲ ਕਰ ਲਈਏ, ਐਸ ਸੱਚ ਐਟਲਾਂਟਿਕ ਪ੍ਰੋਵਿੰਸਸ ਦੇ ਜਿਹੜੇ ਨੰਬਰਸ ਹੈਗੇ ਨੇ ਡਰਾਸਟਿਕਲੀ ਉੱਪਰ ਗਏ ਨੇ। ਸੋ ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁਡ ਕਿ ਜਿਹੜਾ ਪਾਇਲਟ ਪ੍ਰੋਜੈਕਟ ਹੈਗਾ ਇਹ ਦੁਬਾਰਾ ਐਕਸਟੈਂਡ ਹੋਏਗਾ, ਬਿਕੋਜ਼ ਗਵਰਨਮੈਂਟ ਇਜ਼ ਵੈਰੀ ਹੈਪੀ, ਬਿਕੋਜ਼ ਪਾਇਲਟ ਕਾਹਦੇ ਵਾਸਤੇ ਸ਼ੁਰੂ ਕੀਤੇ ਜਾਂਦੇ ਨੇ, ਐਕਸਪੈਰੀਮੈਂਟਲ ਸ਼ੁਰੂ ਕੀਤੇ ਜਾਂਦੇ ਨੇ, ਦੇਖਣ ਵਾਸਤੇ ਕਿ ਇਹਦਾ ਇੰਪੈਕਟ ਕੀ ਨਜ਼ਰ ਆਏਗਾ। ਸੋ ਇੰਪੈਕਟ ਹੈਜ਼ ਬੀਨ ਵੈਰੀ ਪੋਜ਼ਿਟਿਵ। ਜਦੋਂ ਚੀਜ਼ ਪੋਜ਼ਿਟਿਵ ਹੋਵੇ ਤੇ ਉਹ ਐਕਸਟੈਂਸ਼ਨ ਦੇ ਵੱਲੇ ਜ਼ਰੂਰ ਜਾਂਦੀ ਹੈ। ਜੀ ਸਰ, ਅਸੀਂ ਗੱਲਬਾਤ ਕਰ ਰਹੇ ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ। ਹਾਂਜੀ ਤਰਨ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਅਸੀਂ ਦੇਖਿਆ ਕਿ ਸਕੋਰ ਕਾਫੀ ਥੱਲੇ ਚਲਾ ਗਿਆ। ਸੋ ਬਟ ਅੱਜ ਵੀ ਜੇ ਅਸੀਂ ਗੱਲ ਕਰੀਏ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਹੋਏ ਨੇ ਉਹ ਸਟ੍ਰੇਟ ਅਵੇ 457 ਤੇ ਲੈਂਡ ਕਰ ਜਾਣਗੇ, ਵਿਚ ਇਜ਼ ਨਾਟ ਪੋਸੀਬਲ, ਬਿਕੋਜ਼ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਨੇ 2 ਸਾਲ ਪੜ੍ਹਾਈ ਕਰ ਲਈ ਇੱਥੇ, 1 ਸਾਲ ਨੌਕ OAB ਦੇ ਵਿੱਚ ਜੌਬ ਵੀ ਕਰ ਲਈ, ਆਈਲੈਟਸ ਦੇ ਵਿੱਚ ਮੈਂ ਕਹਿੰਦਾ 8777 ਲੈ ਲੇ ਜਾਂ ਸੈਲਪਿਪ ਦੇ ਵਿੱਚ 999 ਲੈ ਲੇ, ਤਾਂ ਵੀ ਉਹਨਾਂ ਦਾ ਸਕੋਰ ਜਿਹੜਾ ਆਏਗਾ ਦੇ ਵਿਲ ਲੈਂਡ ਐਟ 425 ਪੁਆਇੰਟਸ। 425 ਦਾ ਮਤਲਬ ਹੈਗਾ ਕਿ ਉਹਨਾਂ ਦਾ ਹਾਲੇ ਵੀ 22 ਪੁਆਇੰਟਸ ਦਾ ਫਰਕ ਹੈਗਾ। ਸੋ 22 ਪੁਆਇੰਟਸ ਕਿੱਥੋਂ ਕਵਰ ਹੋ ਸਕਦੇ ਨੇ? ਜਾਂ ਤੇ ਉਹਨਾਂ ਦਾ EMPLOYER ਜੌਬ ਆਫਰ ਦੇਵੇ, LMIA ਦੇਵੇ, ਜਾਂ ਫਿਰ ਉਹਨਾਂ ਦੇ 2 ਇਅਰਸ ਕੰਪਲੀਸ਼ਨ ਤੇ ਆ ਜਾਣ ਤੇ ਤਾਂ ਉਹ 457 ਮੀਟ ਕਰ ਸਕਦੇ ਨੇ। ਸੋ ਇਹੋ ਜਿਹੇ ਬੱਚੇ ਹੁਣ 8777 ਜਾਂ CLB 9 ਲੈਣਾ ਇਜ਼ ਨਾਟ ਈਜ਼ੀ ਫॉर ਐਵਰੀਬਡੀ ਐਂਡ ਐਨੀਬਡੀ। ਸੋ ਉਹਨਾਂ ਸਟੂਡੈਂਟਸ ਵਾਸਤੇ ਕਹੂੰਗਾ ਕਿ ਆਪਣੇ EMPLOYER ਜਿਨ੍ਹਾਂ ਨਾਲ ਵੀ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਨੂੰ ਜੌਬ ਆਫਰ ਵਾਸਤੇ ਹੈਲਪ ਕਰਨ, ਐਂਡ ਇਨ ਕੇਸ ਤੁਹਾਡਾ EMPLOYER ਜੌਬ ਆਫਰ ਵਾਸਤੇ ਹੈਲਪ ਨਹੀਂ ਕਰਨਾ ਤਿਆਰ ਹੈਗਾ ਜਾਂ ਉਹ ਰਿਕੁਆਇਰਮੈਂਟਸ ਮੀਟ ਨਹੀਂ ਕਰ ਰਿਹਾ ਤੇ then you should plan your future out, because ਤੁਹਾਡੇ ਮੰਮੀ ਡੈਡੀ ਨੇ, ਤੁਸੀਂ ਇੱਥੇ ਬੜੀ ਮਿਹਨਤਾਂ ਕਰਕੇ ਇੱਥੇ ਪੜ੍ਹਾਈਆਂ ਕੀਤੀਆਂ ਹੈਗੀਆਂ, you have struggled a lot, do not waste these opportunities now, so plan those opportunities ਜਿਹੜੀਆਂ ਤੁਹਾਡੇ ਵਾਸਤੇ work ਕਰ ਸਕਦੀਆਂ। ਅੱਜ ਦੀ ਤਰੀਕ ਦੇ ਵਿੱਚ PNPs are another programs which are working exceedingly well. Atlantic ਵਾਸਤੇ I have got a soft corner at this moment, that reason is ਕਿ Atlantic ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਹੈਗਾ and pilot has been doing exceedingly well. ਜੀ ਸਰ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਹੋਰ ਜੁੜ ਚੁੱਕੇ ਨੇ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਐਡਮਿੰਟਨ ਤੋਂ ਬੋਲ ਰਿਹਾ ਪਰਮਿੰਦਰ। ਮੈਂ ਕੱਲ ਵੀ ਕਾਲ ਕੀਤੀ ਸੀ ਜੀ, ਦੱਸੋ ਸਰ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਨੂੰ ਸਰ ਨੂੰ ਇਹ ਪੁੱਛਣਾ ਸੀਗਾ, ਮੇਰਾ ਸਵਾਲ ਥੋੜਾ ਜਿਹਾ ਕੰਪਲੀਕੇਟਡ ਹੈ ਮੈਮ। ਮੈਂ ਪੁੱਛਣਾ ਸੀਗਾ, ਮੈਂ ਇੱਥੇ EMPLOYER ਸਪੈਸੀਫਿਕ ਵਰਕ ਪਰਮਿਟ ਤੇ ਹਾਂ। ਮੇਰਾ ਰੈਸਟੋਰੈਂਟ ਫੂਡ ਸੁਪਰਵਾਈਜ਼ਰ ਦਾ ਵਰਕ ਪਰਮਿਟ ਹੈ ਤੇ ਮੈਂ ਆਪਣੀ ਵਾਈਫ ਦਾ ਸਪਾਊਸ ਵੀਜ਼ਾ ਅਪਲਾਈ ਕਰਨਾ ਸੀਗਾ ਤੇ ਮੇਰੇ ਵਾਈਫ ਮਾਲਦੀਵ ਦੇ ਵਿੱਚ ਚਲੇ ਗਏ ਸੀਗੇ ਫਰਵਰੀ ਦੇ ਵਿੱਚ। ਉਹਨਾਂ ਨੇ ਉੱਥੇ ਜੁਆਇਨਿੰਗ ਕਰ ਲਈ ਸੀਗੀ ਜੀ ਤੇ ਮਾਰਚ ਦੇ ਐਂਡ ਦੇ ਵਿੱਚ ਉੱਥੇ ਕਰੋਨਾ ਕਰਕੇ ਉਹਨਾਂ ਦਾ ਕੰਮ ਬੰਦ ਹੋ ਗਿਆ ਸੀ ਤੇ ਜਿਹੜੇ ਹੋਟਲ ਦੇ ਵਿੱਚ ਉਹ ਕੰਮ ਕਰਦੇ ਸੀ ਉਹਨਾਂ ਨੇ 1 ਸਾਲ ਦੇ ਲਈ ਆਪਣੀਆਂ ਸੇਵਾਵਾਂ ਟਰਮੀਨੇਟ ਕਰ ਦਿੱਤੀਆਂ ਨੇ ਜੀ। ਤੇ ਉਹ ਆਪਣੇ ਸਟਾਫ ਨੂੰ ਵਾਪਸ ਭੇਜ ਰਹੇ ਆ 1 by 1, ਜਦੋਂ ਜਿਵੇਂ ਵੀ ਫਲਾਈਟ ਸ਼ੁਰੂ ਹੋ ਰਹੀ ਆ ਉਹ 1 by 1 ਵਾਪਸ ਭੇਜ ਰਹੇ ਆ। ਤੇ ਮੇਰੀ ਵਾਈਫ ਨੂੰ ਸਿਰਫ ਉੱਥੇ 1 ਹੀ ਪੇ ਸਲਿੱਪ ਮਿਲੀ ਆ ਤੇ ਸੈਕੰਡ ਸਵਾਲ ਇਹ ਆ ਕਿ ਉਹ ਉੱਥੇ ਹੁਣ ਸਟਕ ਹੋ ਗਏ ਨੇ। ਮੈਂ ਉਹਨਾਂ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ। ਮੈਂ ਸਾਨੂੰ ਇਹ ਪੁੱਛਣਾ ਕਿ ਉਹ ਜਦੋਂ ਵੀ ਫਲਾਈਟ ਚੱਲਦੀਆਂ ਨੇ ਉਹ ਉਹਨਾਂ ਨੂੰ, ਮੇਰੀ ਵਾਈਫ ਨੂੰ ਵਾਪਸ ਇੰਡੀਆ ਭੇਜ ਦੇਣਗੇ। ਸੋ ਬੈਟਰ ਆ ਜਦੋਂ ਉਹ ਇੰਡੀਆ ਚਲੇ ਜਾਣ ਮੈਂ ਉਦੋਂ ਉਹਨਾਂ ਦਾ ਸਪਾਊਸ ਵੀਜ਼ਾ ਅਪਲਾਈ ਕਰਾਂ, ਔਰ ਮੈਂ ਹੁਣ ਵੀ ਅਪਲਾਈ ਕਰ ਸਕਦਾ। ਔਰ ਬਾਅਦ 'ਚ ਜੇ ਮੈਂ ਮਾਲਦੀਵ ਤੋਂ ਅਪਲਾਈ ਕਰਦਾ ਉਹਨਾਂ ਦਾ ਸਪਾਊਸ ਵੀਜ਼ਾ, ਬਾਅਦ 'ਚ ਜੇ ਉਹ ਇੰਡੀਆ ਚਲੇ ਜਾਂਦੇ ਨੇ ਤਾਂ ਉਹਨਾਂ ਲਈ ਪ੍ਰੋਬਲਮ ਆਊਗੀ ਜੀ। ਮੇਰਾ ਸਵਾਲ ਇਹ ਸੀਗਾ ਮੈਮ ਜੀ। ਮਨੂ ਦੱਤਾ ਜੀ, ਤੁਹਾਨੂੰ ਸਵਾਲ ਸਮਝ ਆ ਗਿਆ ਜਾਂ ਮੈਂ ਰਿਪੀਟ ਕਰਾਂ? ਬਿਲਕੁਲ ਸਮਝ ਆ ਗਿਆ। ਇਹਨਾਂ ਨੂੰ ਕੋ ਕਿ ਆਨਲਾਈਨ ਟੀਵੀ ਤੇ ਸਕਰੀਨ ਆਨਸਰ ਸੁਣ ਸਕਦੇ ਹੋ ਸਰ। ਤੁਸੀਂ ਕਾਲ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਰ। ਤਰਨ ਜੀ, ਜਦੋਂ ਵੀ ਕੋਈ ਫੋਰਨ ਵਰਕਰ ਕੈਨੇਡਾ ਦੇ ਵਿੱਚ ਕੰਮ ਕਰਦਾ ਹੈਗਾ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਕੋਈ, ਉਹਨਾਂ ਦੇ ਸਪਾਊਸ ਜਦੋਂ ਨੌਕ OAB ਦੇ ਵਿੱਚ ਤੁਸੀਂ ਜੌਬ ਕਰ ਰਹੇ ਹੋ ਤੇ ਤੁਹਾਡੇ ਸਪਾਊਸ ਆਟੋਮੈਟਿਕਲੀ ਤੇ ਬੱਚੇ ਡਿਪੈਂਡੈਂਟ ਵੀਜ਼ਾਸ ਵਾਸਤੇ ਐਲੀਜੀਬਲ ਹੈਗੇ ਨੇ। ਸੋ
ਤੁਸੀਂ ਅੱਜ ਲਗਾਓ ਕੱਲ ਲਗਾਓ ਡਸ ਨਾਟ ਮੈਟਰ। ਜੇ ਉਹਨਾਂ ਤੋਂ ਟਾਈਮ ਮਾਲਦੀਵਸ ਦੇ ਵਿੱਚ ਘੱਟ ਹੋਇਆ ਤੇ ਟੈਕਨੀਕਲੀ ਇਟ ਇਜ਼ ਰਿਕਮੈਂਡਡ ਲੈਟ ਹਰ ਗੋ ਬੈਕ ਟੂ ਇੰਡੀਆ ਐਂਡ ਪੁੱਟ ਅਪ ਅ ਫਾਈਲ ਫਰੋਮ ਇੰਡੀਆ ਇਟਸੈਲਫ ਜੀ ਐਂਡ ਤੁਸੀਂ ਆਨਲਾਈਨ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ। ਤੁਹਾਨੂੰ ਹੈਲਪ ਚਾਹੀਦੀ ਹੈ ਤੁਸੀਂ ਆਈਸੀਸੀ ਇਮੀਗ੍ਰੇਸ਼ਨ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਜੀ ਬਿਲਕੁਲ ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਦੱਸਿਆ ਸੀ ਕਿ ਇਸ ਵਕਤ ਐਕਸਪ੍ਰੈਸ ਐਂਟਰੀ ਵਾਲੇ ਇਸ ਵਕਤ ਸਟੂਡੈਂਟਸ ਖਾਸ ਤੌਰ ਤੇ ਜਿਹੜੇ +2 ਕਰਕੇ ਆਏ ਜਾਂ ਗ੍ਰੇਡ 12 ਕਰਕੇ ਆਏ ਉਹਨਾਂ ਲਈ ਅਜੇ ਵੀ ਪੁਆਇੰਟਸ ਮੀਟ ਕਰ ਪਾਉਣਾ ਬਹੁਤ ਮੁਸ਼ਕਿਲ ਹੈ। 447 ਤੱਕ ਸਰ ਡਰਾ ਆ ਚੁੱਕਿਆ, ਕੀ ਉਹਨਾਂ ਨੂੰ ਵੇਟ ਕਰਨਾ ਚਾਹੀਦਾ ਹੈ ਇਸ ਵੇਲੇ ਕਿ ਇਸ ਤੋਂ ਵੀ ਨੀਚੇ ਜੇਕਰ ਡਰਾ ਜਾਂਦਾ ਹੈ ਤੇ ਉਹਨਾਂ ਦੀ ਫਾਈਲ ਪਿਕ ਹੁੰਦੀ ਆ ਜਾਂ ਉਹਨਾਂ ਨੂੰ ਆਪਸ਼ਨਸ ਦੇਖ ਕੇ ਕਿਤੇ ਹੋਰ ਮੂਵ ਕਰ ਲੈਣਾ ਚਾਹੀਦਾ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਇੱਕ ਕੈਨੇਡਾ ਤੋਂ ਬੋਲ ਰਹੇ ਹਾਂ। ਹਾਂਜੀ ਜੀ ਦੱਸੋ ਕੀ ਪੁੱਛਣਾ ਤੁਸੀਂ? ਸਰ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਲਾਈਕ ਮੈਂ ਇੰਡੀਆ ਤੋਂ BSc ਨਰਸਿੰਗ ਕੀਤੀ ਆ ਤੇ ਇੱਥੇ ਮੈਨੂੰ ਹੁਣ ਜੌਬ ਮਿਲੀ ਹੈ ਰਿਟਾਇਰਮੈਂਟ ਕਮਿਊਨਿਟੀ 'ਚ PSW ਦੀ। ਜੀ ਸੋ ਅਗਰ ਆਪਾਂ PR ਲਾਉਣੀ ਹੋਵੇ ਤਾਂ ਸਾਨੂੰ 2 ਸਾਲ ਦਾ ਐਕਸਪੀਰੀਅੰਸ, ਜਿਵੇਂ ਕਿ EMPLOYER ਹੈਲਪ ਨਹੀਂ ਕਰਨਾ ਚਾਹੁੰਦਾ ਕਿਸੇ ਵੀ PNP ਵਗੈਰਾ ਲਈ, ਸੋ ਅਸੀਂ ਵੀ 2 ਸਾਲ ਦਾ ਐਕਸਪੀਰੀਅੰਸ ਲੈ ਕੇ PR ਲਾ ਸਕਦੇ ਹਾਂ? ਕੋਈ ਚਾਂਸਿਸ ਹੈਗੇ ਇੱਦਾਂ? ਜੀ ਮਨੂ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ ਸਕਰੀਨ ਤੇ ਆਨਸਰ ਮੈਮ ਤੁਸੀਂ ਦੇਣਗੇ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਜਿਹੜਾ PSW ਹੈਗਾ ਉਹ ਨੌਕ C ਦੇ ਵਿੱਚ ਫਾਲ ਕਰਦਾ ਹੈਗਾ ਧਰਮ। ਜੇ ਤੇ ਇਹਨਾਂ ਦਾ EMPLOYER PNP ਵਾਸਤੇ ਹੈਲਪ ਕਰਨ ਵਾਸਤੇ ਤਿਆਰ ਹੈਗਾ ਤੇ PNP ਇਨ ਡਿਮਾਂਡ ਕੈਟਾਗਰੀ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਲੱਗ ਸਕਦੀ ਹੈ ਆਫਟਰ 9 ਮੰਥਸ ਆਫ ਕੈਨੇਡੀਅਨ ਐਕਸਪੀਰੀਅੰਸ। ਸੈਕੰਡ ਆਫ ਆਲ 2 ਸਾਲ ਬਾਅਦ ਵੀ ਇਹਨਾਂ ਨੇ ਕੁਆਲੀਫਾਈ ਨਹੀਂ ਕਰਨਾ। ਸੋ ਜੇ ਇਹ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਤੇ ਇਹਨਾਂ ਨੂੰ ਰਿਕਮੈਂਡਡ ਹੈਗਾ ਓਪਨ ਵਰਕ ਪਰਮਿਟ ਤੇ ਹੈਗੇ ਨੇ ਤੇ ਸ਼ੀ ਸ਼ੁਡ ਲੁੱਕ ਫॉर ਅਨਦਰ ਜੌਬ। BSc ਨਰਸਿੰਗ ਦੇ ਨਾਲ ਜੇ ਇਹਨਾਂ ਨੂੰ ਕੋਈ ਹੋਰ ਜੌਬ ਮਿਲ ਜਾਂਦੀ ਹੈਗੀ ਹੈ ਤੇ ਇਹ PR ਵਾਸਤੇ ਐਲੀਜੀਬਿਲਟੀ ਇਹਨਾਂ ਦੀ ਬਣ ਸਕਦੀ ਹੈ। ਬਟ BSc ਨਰਸਿੰਗ ਦੇ ਨਾਲ ਇਹ ਆਰਾਮ ਦੇ ਨਾਲ ਕੁਆਲੀਫਾਈ ਕਰ ਸਕਦੇ ਨੇ ਪ੍ਰੋਵਾਈਡਡ ਇਹਨਾਂ ਦਾ EMPLOYER ਸਪੋਰਟ ਕਰਨ ਵਾਸਤੇ ਤਿਆਰ ਹੈ ਐਸੇ ਆਕੂਪੇਸ਼ਨ ਦੇ ਵਿੱਚ ਤਾਂ ਵੀ ਪੋਸੀਬਲ ਹੈਗਾ। ਨਹੀਂ ਤਾਂ ਸ਼ੀ ਸ਼ੁਡ ਪਲਾਨ ਇਟ ਆਊਟ ਐਂਡ ਲੁੱਕ ਫॉर ਅਨਦਰ ਜੌਬ ਜਿਹੜਾ ਇਹਨਾਂ ਨੂੰ ਕੁਆਲੀਫਾਈ ਕਰਾਏ। ਜੀ ਬਿਲਕੁਲ। ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ ਜੀ ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਚੁੱਕਿਆ। ਸਰ ਮੈਂ ਗੱਲ ਕਰ ਰਹੀ ਸੀ ਇਸ ਵਕਤ ਕਿ ਪ੍ਰੋਵਿੰਸ ਜਿਹੜੀ ਆ ਕਿਸੇ ਹੋਰ ਚ ਮੂਵ ਹੋਣਾ ਇੱਕ ਸਹੀ ਆਪਸ਼ਨ ਹੋਏਗਾ ਕਿਉਂਕਿ ਪੁਆਇੰਟਸ ਲਗਾਤਾਰ ਨੀਚੇ ਜਾ ਰਹੇ ਨੇ। ਐਕਸਪ੍ਰੈਸ ਐਂਟਰੀ ਦੇ 447 ਤੇ ਲਾਸਟ ਡਰਾ ਨਿਕਲਿਆ ਸੀ। ਸਟੂਡੈਂਟਸ ਨੂੰ ਵੇਟ ਕਰਨੀ ਚਾਹੀਦੀ ਹੈ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ, ਜਿਵੇਂ ਐਕਸਪ੍ਰੈਸ ਐਂਟਰੀ ਦੇ ਪੁਆਇੰਟਸ ਡਾਊਨ ਜਾ ਰਹੇ ਨੇ, ਜਾਂ ਫਿਰ ਉਹਨਾਂ ਨੂੰ ਆਪਣਾ ਨੈਕਸਟ ਸਟੈਪ ਲੈ ਲੈਣਾ ਚਾਹੀਦਾ ਆ? ਤਰਨ ਜੀ ਆਪਾਂ ਕਾਫੀ ਵਾਰੀ ਡਿਸਕਸ ਕਰ ਚੁੱਕੇ ਹਾਂ। ਓਨਟਾਰੀਓ ਦੇ ਵਿੱਚ ਇਸ ਟਾਈਮ ਤੇ ਘੱਟੋ ਘੱਟ 100,000 ਦੇ ਆਸ-ਪਾਸ ਇੰਟਰਨੈਸ਼ਨਲ ਸਟੂਡੈਂਟ ਜੌਬ ਕਰ ਰਿਹਾ ਐਂਡ ਐਸੇ ਐਂਟੀਸਪੇਸ਼ਨ ਦੇ ਵਿੱਚ ਜੌਬ ਕਰ ਰਿਹਾ ਕਿ ਮੈਂ PNP ਦੇ ਵਿੱਚ ਕੁਆਲੀਫਾਈ ਹੋ ਜਾਊਂਗਾ, ਮੇਰਾ EMPLOYER ਮੈਨੂੰ ਸਪੋਰਟ ਕਰੇਗਾ ਤੇ ਮੈਂ PNP ਦੇ ਵਿੱਚ ਕੁਆਲੀਫਾਈ ਕਰ ਜਾਊਂਗਾ। ਬਹੁਤ ਸਾਰੇ ਇੱਥੇ ਪਲੇਸਮੈਂਟ ਏਜੰਸੀਜ਼ ਹੈਗੀਆਂ, ਏਜੰਟਸ ਹੈਗੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਇਹੀ ਕਹਿ ਕੇ ਜੌਬਸ ਲਗਵਾਈਆਂ ਹੋਈਆਂ ਐਂਡ ਪੈਸੇ ਵੀ ਚਾਰਜ ਕੀਤੇ ਉਹਨੇ ਕਹਿ ਕੇ ਅਸੀਂ ਤੁਹਾਨੂੰ PNP ਓਨਟਾਰੀਓ ਦੇ ਵਿੱਚ ਕੁਆਲੀਫਾਈ ਕਰ ਦੇਵਾਂਗੇ। ਲਾਸਟ ਈਅਰ 2019 ਦਾ ਜਿਹੜੇ ਟਾਰਗੇਟ ਸੀਗੇ 1350 ਐਪਲੀਕੇਸ਼ਨ ਪੂਰੇ ਸਾਲ ਦੇ ਵਿੱਚ ਐਕਸੈਪਟ ਹੋਈ ਸੀਗੀ। ਇਸ ਸਾਲ ਜਦੋਂ ਮਾਰਚ ਦੇ ਫਰਸਟ ਵੀਕ ਦੇ ਵਿੱਚ ਜਦੋਂ ਐਪਲੀਕੇਸ਼ਨਸ ਐਕਸੈਪਟ ਹੋਈਆਂ ਤੇ 1250 ਐਪਲੀਕੇਸ਼ਨਸ ਕਹਿ ਰਹੇ ਕਿ ਐਕਸੈਪਟ ਹੋ ਗਈਆਂ। ਸੋ 1250 ਦੇ ਵਿੱਚੋਂ ਪੋਜ਼ਿਟਿਵ ਐਪਲੀਕੇਸ਼ਨਸ ਕਿੰਨੀਆਂ ਹੋ ਗਈਆਂ, ਇੰਟਰਨੈਸ਼ਨਲ ਕਿੰਨੀਆਂ ਹੋਣਗੀਆਂ, ਦੂਸਰੀਆਂ ਕਿੰਨੀਆਂ ਸੀਗੀਆਂ, ਉਹ ਟਾਈਮ ਵਿਲ ਟੈਲ। ਬਟ 6000 ਐਪਲੀਕੇਸ਼ਨ ਅਸੀਂ ਕਹੀਏ ਕਿ ਹੋਰ ਵੀ ਐਕਸੈਪਟ ਹੋ ਜਾਣਗੀਆਂ। ਸੋ 1 ਲੱਖ ਬੱਚਾ ਜਿੱਥੇ 1000 ਜੌਬ ਵਾਸਤੇ ਕੰਪੀਟ ਕਰ ਰਿਹਾ ਹੋਵੇ PNP ਵਾਸਤੇ, ਆਈ ਥਿੰਕ ਦੇ ਸ਼ੁਡ ਲੁੱਕ ਫॉर ਪਰਮੂਟੇਸ਼ਨ ਐਂਡ ਕੰਬੀਨੇਸ਼ਨ ਦੇਖਦੇ ਹੋਇਆ ਉਹ ਆਪਸ਼ਨਸ ਜਿਹੜੀਆਂ ਉਹਨਾਂ ਵਾਸਤੇ ਬੈਟਰ ਵਰਕ ਕਰ ਸਕਦੀਆਂ। ਸੋ ICC ਇਮੀਗ੍ਰੇਸ਼ਨ ਦੇ ਅਸੀਂ ਰਿਕਮੈਂਡ ਕਰਾਂਗੇ ਮੂਵਿੰਗ ਆਊਟ ਟੂ ਅਦਰ ਪ੍ਰੋਵਿੰਸਿਸ ਔਰ ਇਫ ਯੂਰ EMPLOYER ਇਜ਼ ਰੈਡੀ ਟੂ ਸਪੋਰਟ ਯੂ ਵਿਦ LMIA ਕਿ ਤਾਂ ਬੈਟਰ ਹੋਏਗਾ। ਬਿਕੋਜ਼ ਜਦੋਂ ਵੀ ਤਰਨ ਜੀ PNP ਵਾਸਤੇ ਐਪਲੀਕੇਸ਼ਨ ਲਗਾਉਣੀ ਹੁੰਦੀ ਹੈ ਤੇ ਜੇ ਤੁਹਾਡੀ ਇੰਟਰਨੈਸ਼ਨਲ ਸਟਰੀਮ ਦੇ ਵਿੱਚ ਜੇ ਤੁਹਾਡਾ 2 ਸਾਲ ਦੀ ਪੜ੍ਹਾਈ ਦੇ ਬਿਯੋਂਡ ਤੁਸੀਂ ਹੋ ਗਏ ਹੋ, ਮਤਲਬ 2 ਸਾਲ ਤੁਹਾਨੂੰ ਜੌਬ ਕਰਦੇ ਹੋਗੇ, ਤੁਸੀਂ PNP ਦੇ ਵਿੱਚ ਵੈਸੇ ਹੀ ਨਹੀਂ ਐਲੀਜੀਬਲ ਰਹਿਣਾ। ਸੋ ਫਿਰ ਤੁਹਾਨੂੰ ਇੰਟਰਨੈਸ਼ਨਲ ਸਟਰੀਮ ਦੇ ਵਿੱਚ ਜਾਣਾ ਪੈਣਾ ਆ, ਇੰਟਰਨੈਸ਼ਨਲ ਸਟੂਡੈਂਟ ਨਹੀਂ ਇੰਟਰਨੈਸ਼ਨਲ ਵਰਕਰ ਸਟਰੀਮ ਦੇ ਵਿੱਚ ਜਾਣਾ ਪੈਣਾ। ਸੋ ਉਹਦੇ ਵਿੱਚ ਜੇ ਤੁਹਾਡਾ ਟਾਈਮ ਪੀਰੀਅਡ ਦੀ ਹੈਲਪ ਚਾਹੀਦੀ ਹੈਗੀ ਹੈ, ਟਾਈਮ ਪੀਰੀਅਡ ਖਤਮ ਹੋਣ ਤੇ ਆ ਗਿਆ ਤੇ EMPLOYER ਨੂੰ ਕਹੋ ਕਿ LMIA ਕਰਾ ਕੇ ਦੇਵੇ ਐਂਡ ਬਾਅਦ ਚੋਂ PR ਵਾਸਤੇ ਤੁਸੀਂ PNP ਦੇ ਥਰੂ ਫਿਰ ਐਲੀਜੀਬਲ ਹੋ ਸਕਦੇ ਹੋ। ਬਟ ਅਗੇਨ
ਅਗੇਨ ਆ ਦੋ ਕੈਟਾਗਰੀਜ਼ ਦੀ ਗੱਲ ਕਰ ਰਹੇ ਹਾਂ। ਇੱਕ ਤਾਂ ਹੈਗੀ ਇੰਟਰਨੈਸ਼ਨਲ ਸਟੂਡੈਂਟ ਸਟਰੀਮ, ਉੱਥੇ 2 ਸਾਲ ਕੰਮ ਕਰਨ, 2 ਸਾਲ ਜਦੋਂ ਤੁਹਾਡੀ ਪੜ੍ਹਾਈ ਖਤਮ ਕੀਤੇ ਹੋਗੇ ਤੇ ਤੁਸੀਂ ਇਨਐਲੀਜੀਬਲ ਹੋ ਜਾਓਗੇ। ਦੂਸਰੀ ਸਟਰੀਮ ਹੈਗੀ ਹੈ ਜਿਹਦੇ ਵਿੱਚ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਚਾਹੀਦਾ, ਉਸ ਸਟਰੀਮ ਦੇ ਵਿੱਚ ਤੁਸੀਂ ਫਿਰ ਵੀ ਐਜ਼ ਅ ਇੰਟਰਨੈਸ਼ਨਲ ਵਰਕਰ ਕੁਆਲੀਫਾਈ ਕਰ ਸਕਦੇ ਹੋ। ਜੀ ਸਰ, ਸਰਕਾਰ ਸਮੇਂ-ਸਮੇਂ ਤੇ ਕਈ ਪਾਇਲਟ ਪ੍ਰੋਜੈਕਟ ਵੀ ਚਲਾਉਂਦੀ ਆ ਰਹੀ ਹੈ ਤੇ ਹੁਣ ਇੱਕ ਹੋਰ ਐਗਰੀ ਪਾਇਲਟ ਪ੍ਰੋਜੈਕਟ ਦੀ ਗੱਲਬਾਤ ਹੋਈ ਸੀ ਐਗਰੀਕਲਚਰ ਦੇ ਸੈਕਟਰ ਦੇ ਵਿੱਚ। ਇਹਦੇ ਬਾਰੇ ਵਿੱਚ ਥੋੜੀ ਜਿਹੀ ਜ਼ਰੂਰ ਕਨਫਿਊਜ਼ਨ ਆ ਕਿ ਇਹਦੇ ਵਿੱਚ ਕੌਣ ਐਲੀਜੀਬਲ ਹੈਗਾ, ਕਿ ਆਊਟਸਾਈਡ ਕੈਨੇਡਾ ਤੋਂ ਕੋਈ ਹੈਗਾ ਉਹ ਵੀ ਐਲੀਜੀਬਲ ਹੋ ਸਕਦਾ, ਜਾਂ ਫਿਰ ਜਿਹੜੇ ਇੱਥੇ ਫਾਰਮ ਵਰਕਰ ਵਜੋਂ ਆਏ ਨੇ ਉਹ ਪੀਆਰ ਦੇ ਲਈ ਇੱਥੇ ਐਲੀਜੀਬਲ ਹੋ ਸਕਦੇ ਨੇ? ਤਰਨ ਜੀ, ਇਹ ਪਾਇਲਟ ਪ੍ਰੋਜੈਕਟ ਹੈਗਾ। 2750 ਐਪਲੀਕੇਸ਼ਨਸ ਟੋਟਲ ਐਕਸੈਪਟ ਹੋਣੀਆਂ ਇਸ ਪ੍ਰੋਗਰਾਮ ਦੇ ਵਿੱਚ 1 ਸਾਲ ਦੀਆਂ। 3 ਸਾਲ ਦਾ ਪਾਇਲਟ ਪ੍ਰੋਜੈਕਟ ਹਲੇ ਉਲੀਕਿਆ ਗਿਆ ਹੈਗਾ। ਇਹ ਇਸ ਵਾਸਤੇ ਉਲੀਕਿਆ ਗਿਆ ਕਿਉਂਕਿ ਇਹ ਬਹੁਤ ਵੱਡੀ ਐਗਰੀਕਲਚਰ ਸੈਕਟਰ, ਮੀਟ ਸੈਕਟਰ, ਇਹ ਬਹੁਤ ਵੱਡੀ ਇੰਡਸਟਰੀ ਬਣੀ ਹੋਈ ਹੈ। ਕੈਟਲ ਸੈਕਟਰ ਬਹੁਤ ਵੱਡਾ ਇੰਡਸਟਰੀ ਹੈਗੀ ਹੈ, ਤਕਰੀਬਨ $67 ਬਿਲੀਅਨ ਦੀ ਇਹ ਇੰਡਸਟਰੀ ਹੈਗੀ ਹੈ। ਸੋ 67 ਬਿਲੀਅਨ ਦੀ ਇੰਡਸਟਰੀ ਹੋਣ ਦੇ ਨਾਲ ਨਾਲ ਹਰ 8th ਕੈਨੇਡੀਅਨ ਇਸ ਇੰਡਸਟਰੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਲਿੰਕਡ ਹੈਗਾ, ਐਸੋਸੀਏਟਡ ਹੈਗਾ। ਸੋ ਇਹਦੇ ਵਿੱਚ ਕੁਆਲੀਫਾਈ ਹੋਣ ਵਾਸਤੇ ਉਹੀ ਕੁਆਲੀਫਾਈ ਕਰਨਗੇ ਜਿਨ੍ਹਾਂ ਦਾ ਕੈਨੇਡੀਅਨ 1 ਸਾਲ ਦਾ ਐਕਸਪੀਰੀਅੰਸ ਹੈਗਾ। ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਪਹਿਲੇ LMIA ਤੇ ਕੈਨੇਡਾ ਆਉਣਾ ਪਏਗਾ, 1 ਸਾਲ ਕੰਮ ਕਰਨਾ ਪਏਗਾ, ਫਿਰ ਇਸ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਹੋਣਗੇ। ਜੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬੀਚ ਤੋਂ ਬੋਲ ਰਹੀ ਸੀ ਜੀ। ਮੇਰੀ ਵਾਈਫ ਦੀ ਨਾ ਆਪਣਾ ਅਸੀਂ LMO ਸਾਨੂੰ ਮਿਲ ਗਈ ਸੀਗੀ ਐਡਮਿਨਿਸਟ੍ਰੇਟਰ ਦੀ ਜੀ, ਆਫਿਸ ਐਡਮਿਨਿਸਟ੍ਰੇਟਰ ਦੀ, ਤੇ ਸਾਡੇ ਕੋਲ ਰਿਸੈਪਸ਼ਨਿਸਟ ਦਾ ਮਤਲਬ ਇੰਡੀਆ ਦਾ ਸੀਗਾ ਐਕਸਪੀਰੀਅੰਸ, ਤੇ ਅਸੀਂ ਲਾ ਸਕਦੇ ਹਾਂ PNP ਉਹਦੇ ਚ? ਜੀ ਸਰ, ਮਨੂ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਤਰਨ, ਮੈਨੂੰ ਇਹਨਾਂ ਦਾ ਸਵਾਲ ਸਮਝ ਨਹੀਂ ਸਰ, ਆਇਆ, ਇਹ ਤੁਹਾਨੂੰ ਕਹਿ ਇੱਕ ਰਹੇ ਵਾਰ ਨੇ ਕਿ ਰਿਪੀਟ ਇਹਨਾਂ ਕਰਨਾ ਦੀ ਪਏਗਾ। ਵਾਈਫ ਦੀ LMO ਆ ਚੁੱਕੀ ਆ ਆਫਿਸ ਐਡਮਿਨਿਸਟ੍ਰੇਟਿਵ ਦੀ, ਤੇ ਇੰਡੀਆ ਦਾ ਇਹਨਾਂ ਦਾ ਬੈਕ ਤੋਂ ਰਿਸੈਪਸ਼ਨਿਸਟ ਦਾ ਐਕਸਪੀਰੀਅੰਸ ਹੈ। ਕੀ ਇਹ PNP 'ਚ ਫਾਈਲ ਲਗਾ ਸਕਦੇ ਨੇ? ਜੇ ਰਿਸੈਪਸ਼ਨਿਸਟ ਦਾ ਐਕਸਪੀਰੀਅੰਸ ਹੈਗਾ ਕਿ ਰਿਸੈਪਸ਼ਨਿਸਟ ਦਾ ਐਕਸਪੀਰੀਅੰਸ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਤੋਂ ਡਿਫਰੈਂਟ ਹੈਗਾ। ਜੀ, ਆਪਾਂ ਐਂਡ ਟੀਵੀ ਸਕਰੀਨ ਤੇ ਨਾਟ ਸਰ ਇਹਨਾਂ ਨੂੰ ਆਨਸਰ ਦਈਏ? ਜੀ ਬਿਲਕੁਲ। ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ। ਤਰਨ ਜੀ, ਇਹਨਾਂ ਨੂੰ ਇੱਥੇ ਕੁਆਲੀਫਾਈ ਹੋਣ ਵਾਸਤੇ ਕੈਨੇਡੀਅਨ ਐਕਸਪੀਰੀਅੰਸ ਘੱਟੋ ਘੱਟ 1 ਸਾਲ ਦਾ ਲੈਣਾ ਪੈਣਾ, ਤਾਂ ਹੀ ਇਹਨਾਂ ਦੀ ਫਾਈਲ ਥਰੂ ਹੋਏਗੀ। ਅਦਰਵਾਈਜ਼ PR ਵਾਸਤੇ ਐਲੀਜੀਬਿਲਟੀ ਇਹਨਾਂ ਦੀ ਸਟ੍ਰੇਟ ਨਹੀਂ ਬਣੇਗੀ। ਜੀ ਸਰ, ਐਗਰੀ ਪਾਇਲਟ ਪ੍ਰੋਜੈਕਟ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰ ਰਹੇ ਸੀ, ਜਿਹਦੇ ਵਿੱਚ ਤੁਸੀਂ ਕਿਹਾ ਕਿ ਇੱਕ ਲਿਮਿਟਿਡ ਐਪਲੀਕੇਸ਼ਨਸ ਹੈਗੀਆਂ ਨੇ, ਕੈਪ ਲੱਗਿਆ ਹੋਇਆ ਵਾ, ਤੇ ਇਸ ਵਿੱਚ ਕੁਆਲੀਫਾਈ ਕਰਨ ਦੇ ਲਈ ਘੱਟੋ ਘੱਟ 1 ਸਾਲ ਦਾ ਕੈਨੇਡੀਅਨ ਤਜਰਬਾ ਹੋਣਾ ਜ਼ਰੂਰੀ ਹੈ। ਹਾਂਜੀ ਤਰਨ ਜੀ, ਜਿਹੜਾ ਅਸੀਂ ਐਗਰੀਕਲਚਰ ਫੂਡ ਸੈਕਟਰ ਦੀ ਗੱਲ ਕਰ ਰਹੇ ਹਾਂ, ਜੇ ਫਾਰਮ ਵਰਕਰ ਦਾ, ਫਾਰਮ ਸੁਪਰਵਾਈਜ਼ਰ ਦਾ, ਕੈਟਲ ਫਾਰਮਸ ਦੇ ਵਿੱਚ ਕੈਟਲ ਫਾਰਮ ਵਰਕਰ, ਫਾਰਮ ਸੁਪਰਵਾਈਜ਼ਰ, ਜਾਂ ਫਿਰ ਮੀਟ ਕਟਰ ਐਜ਼ ਅ ਬੁਚਰ ਕੰਮ ਕਰ ਰਹੇ ਹੋ ਇੰਡਸਟਰੀਅਲ ਜਾਂ ਰਿਟੇਲ ਦੇ ਵਿੱਚ, ਤੇ ਤੁਹਾਡਾ EMPLOYER ਸਪੋਰਟ ਕਰਨ ਵਾਸਤੇ ਤਿਆਰ ਹੈਗਾ। EMPLOYER ਦੀ ਸਪੋਰਟ ਨਾ ਵੀ ਹੋਵੇ ਤਾਂ ਵੀ ਤੁਸੀਂ ਇਸ ਪਾਇਲਟ ਦੇ ਵਿੱਚ ਜਾ ਸਕਦੇ ਹੈਗੇ ਹੋ, ਪ੍ਰੋਵਾਈਡਡ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਤੁਹਾਡੇ ਕੋਲ ਹੋ ਗਿਆ। ਸੋ 1 ਸਾਲ ਦਾ ਐਕਸਪੀਰੀਅੰਸ ਇਜ਼ ਅ ਮਿਨੀਮਮ ਰਿਕੁਆਇਰਮੈਂਟ, ਕੈਨੇਡੀਅਨ ਐਕਸਪੀਰੀਅੰਸ ਇਜ਼ ਅ ਮਿਨੀਮਮ ਰਿਕੁਆਇਰਮੈਂਟ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਹੈਲੋ। Hi, I was just wondering, my dad's stuck in India, he has a PR, Okay. and I was just wondering what website I have to go on to file his PR registration, because I've went on the travel.gc.ca one, and there is no PR application. It just says if you're a citizen or if you're not a citizen. You click no, it doesn't really show you the option of India. So you just want to know about the flights? Yeah. Actually, you can call after this program. So we are just talking about immigration process. Thank you so much. ਜੀ ਸਰ, ਪਾਇਲਟ ਪ੍ਰੋਜੈਕਟ ਦੀ ਅਸੀਂ ਗੱਲ ਕਰ ਰਹੇ ਸੀ ਸਰ। ਇਹਦੇ ਲਈ ਕੋਈ ਆਇਲਸ ਦੀ ਰਿਕੁਆਇਰਮੈਂਟ ਵੀ ਹੈਗੀ ਆ, ਮਿਨੀਮਮ ਬੈਂਡ ਰਿਕੁਆਇਰਮੈਂਟ? ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਪਹਿਲਾਂ ਹੋਰ ਜੁੜ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ BC ਤੋਂ ਗੱਲ ਕਰ ਰਿਹਾ ਮੈਡਮ, ਹੁਣੇ ਕਾਲ ਕੀਤੀ ਸੀਗੀ ਮੈਂ, ਤੁਸੀਂ ਅੱਧੀ ਗੱਲ ਸੁਣੀ ਸੀਗੀ, ਕਾਲ ਕੱਟ ਗਈ ਸੀਗੀ ਵਿੱਚੋਂ। ਜੀ ਸਰ, ਤੁਸੀਂ ਇੰਨਾ ਕੀ ਸਾਨੂੰ ਦੱਸਿਆ ਸੀ ਕਿ 2 ਸਾਲ ਦਾ ਐਕਸਪੀਰੀਅੰਸ ਹੈ ਤੇ ਫਾਈਲ ਤੁਸੀਂ ਲਗਾ ਸਕਦੇ ਹੋ ਕਿ ਨਹੀਂ ਲਗਾ ਸਕਦੇ? ਤੁਸੀਂ ਰਿਪੀਟ ਕਰ ਸਕਦੇ ਹੋ, ਦੱਸੋ। ਸਾਡੇ ਕੋਲ ਜਿਹੜਾ ਹੈਗਾ ਰਿਸੈਪਸ਼ਨਿਸਟ ਦਾ 4 ਸਾਲ ਦਾ ਐਕਸਪੀਰੀਅੰਸ ਹੈਗਾ, ਤੇ ਇੰਡੀਆ ਦਾ ਹੈਗਾ ਉਹ, ਤੇ ਉਹਦੇ ਸਾਨੂੰ ਸਾਲ ਦਾ ਐਕਸਪੀਰੀਅੰਸ ਸਾਡੇ ਕੋਲ ਉਰੇ ਹੈਗਾ ਐਡਮਿਨ ਅਸਿਸਟੈਂਟ ਨਾਲ ਜੀ। ਤੇ ਹੁਣ ਅਸੀਂ ਆਪਣੀ PNP ਲਾ ਸਕਦੇ ਹਾਂ ਕਿ ਕਿਵੇਂ ਜੀ, ਅੱਗੇ ਕਿਵੇਂ ਹੋਊਗਾ, ਇਹਨੂੰ ਪੁੱਛਣਾ ਸੀ ਸਰ। ਜੀ ਸਰ, ਇਹਨਾਂ ਦੇ ਕੋਲ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਵੀ ਹੈਗਾ ਆ ਇਸ ਆਫਿਸ ਐਡਮਿਨ ਦੀ ਜੌਬ ਦੇ ਵਿੱਚ, ਤੇ ਤਾਂ ਪੁੱਛ ਰਹੇ ਨੇ ਕਿ ਇਹ ਜੌਬ ਲਈ ਆਪਦੀ PNP ਲਈ ਫਾਈਲ ਲਗਾ ਸਕਦੇ ਨੇ? ਬਿਲਕੁਲ, ਜੇ BC ਦੇ ਵਿੱਚ ਹੈਗਾ, BC ਦਾ ਲਾਸਟ ਜਿਹੜਾ ਡਰਾ ਗਿਆ 110 ਤੇ ਗਿਆ। ਜੀ ਸਰ, ਇਹਨਾਂ ਦੇ ਪੁਆਇੰਟਸ ਜੇ 110 ਬਣ ਰਹੇ ਨੇ ਆਈਲੈਟ ਸਕੋਰ ਦੇ ਉੱਤੇ, ਤੇ ਡਿਪੈਂਡ ਕਰੇਗਾ। ਤੇ ਜੇ 100+ ਹੈਗੇ ਨੇ ਤੇ ਹੀ ਸਟਿਲ ਸਟੈਂਡ ਸਮ, ਇਹਨਾਂ ਦੀ ਵਾਈਫ ਸ਼ੀ ਸਟਿਲ ਸਟੈਂਡ ਸਮ ਗੁੱਡ ਚਾਂਸਸ ਕਿ ਇਹਨਾਂ ਦੀ ਫਾਈਲ ਥਰੂ ਹੋ ਸਕਦੀ ਹੈ। ਬਟ ਇਹਨਾਂ ਨੂੰ ਇੱਕੋ ਚੀਜ਼ ਕਹਾਂਗਾ ਕਿ ਆਈਲੈਟਸ ਦੇ ਪ੍ਰੋਬਬਲੀ ਇਹਨਾਂ ਦਾ ਸਕੋਰ ਘੱਟ ਹੈਗਾ, ਤਾਂ ਹੀ ਉਹ ਬਾਰ-ਬਾਰ ਇਹ ਕੁਐਸਚਨ ਪੁੱਛ ਰਹੇ ਨੇ। ਤਾਂ ਆਪਣਾ
ਆਪਣੀ ਪ੍ਰੋਫਾਈਲ ਸਾਰਾ ਕੁਝ ਸਾਨੂੰ ਈਮੇਲ ਤੇ ਭੇਜ ਦਿਓ ਐਂਡ ਆਈ ਵਿਲ ਪਰਸਨਲੀ ਕਾਲ ਯੂ ਬੈਕ ਐਂਡ ਡਿਸਕਸ ਯੂਰ ਕੇਸ ਵਿਦ ਯੂ ਇਨਫੋ ਤੇ ਭੇਜ ਦਿਓ info@iccmiggration.ca ਜੀ ਬਿਲਕੁਲ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀ ਇਸ ਵਕਤ ਜਿਹੜਾ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਦੀ ਗੱਲ ਹੋ ਰਹੀ ਸੀ, ਇਹਦੇ ਲਈ ਆਇਲਟਸ ਦੀ ਕੀ ਰਿਕੁਆਇਰਮੈਂਟ ਹੈਗੀ ਹੈ, ਕੀ ਕੋਈ ਏਜ ਲਿਮਿਟ ਵੀ ਹੈਗੀ ਹੈ? ਤਰਨ ਜੀ ਇਹਦੇ ਵਿੱਚ ਕੋਈ ਏਜ ਲਿਮਿਟ ਐਸ ਸੱਚ ਨਹੀਂ ਹੈਗੀ ਐਂਡ ਆਈਲੈਟਸ ਦੀ ਰਿਕੁਆਇਰਮੈਂਟ 4.5 ਬੈਂਡ ਦੀ ਹੈਗੀ ਹੈ ਸੋ 4.5 ਬੈਂਡ ਇਜ਼ ਨਾਟ ਡਿਫਿਕਲਟ ਲੈਣੇ ਐਂਡ ਮੈਂ ਇੱਕੋ ਹੀ ਚੀਜ਼ ਕਹਾਂਗਾ ਕਿ ਜੇ ਤੁਸੀਂ ਫਾਰਮ ਵਰਕਰ ਫਾਰਮ ਸੁਪਰਵਾਈਜ਼ਰ ਤੌਰ ਤੇ ਕੰਮ ਕਰ ਰਹੇ ਹੋ ਭਾਵੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਨਿਊ ਬ੍ਰੰਸਵਿਕ ਦੇ ਵਿੱਚ ਜਾਂ ਓਨਟਾਰੀਓ ਦੇ ਵਿੱਚ ਜਾਂ ਅਕ੍ਰੋਸ ਕੈਨੇਡਾ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੇ ਦਿਸ ਇਜ਼ ਅ 골ਡਨ ਓਪਰਚੁਨਿਟੀ ਫॉर ਯੂ ਇਸ ਓਪਰਚੁਨਿਟੀ ਨੂੰ ਜਾਣ ਨਾ ਦਿਓ ਜੇ ਤੁਹਾਡੀ 12ਵੀਂ ਕੀਤੀ ਹੋਈ ਹੈ ਆਈਲੈਟ ਦੇ ਵਿੱਚ 4.5 ਬੈਂਡਸ ਹੈਗੇ ਨੇ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੈ ਕਿ ਦਿਸ ਇਜ਼ ਅ 골ਡਨ ਟਾਈਮ ਟੂ ਅਪਲਾਈ ਫॉर ਦਿਸ ਕੈਟੇਗਰੀ ਐਂਡ ਜੇ ਓਨਟਾਰੀਓ ਪੀਐਨਪੀ ਦੀ ਵੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਤੁਹਾਨੂੰ ਸਕੋਰ ਥੋੜਾ ਜਿਹਾ ਜ਼ਿਆਦਾ ਚਾਹੀਦਾ ਹੈਗਾ ਕੁਆਲੀਫਾਈ ਹੋਣ ਵਾਸਤੇ ਸੋ ਇਨਫੋਰਮੇਸ਼ਨ ਲੈਣ ਵਾਸਤੇ ਆਈਸੀਸੀ ਇਮੀਗ੍ਰੇਸ਼ਨ ਦਾ ਨੰਬਰ ਹੈਗਾ ਜੀ 9054612424 ਆ ਕੇ ਆਪਣਾ ਸੀਵੀ ਆਪਣਾ ਡਿਟੇਲ ਸਾਡੇ ਨਾਲ ਸ਼ੇਅਰ ਕਰ ਲਓ ਐਂਡ ਵੀ ਵਿਲ ਗਾਈਡ ਯੂ ਵਿਦ ਦਾ ਐਂਟਾਇਰ ਪ੍ਰੋਸੈਸ ਐਂਡ ਇੱਕੋ ਚੀਜ਼ ਕਿ ਇਹ ਓਪਰਚੁਨਿਟੀ 2750 ਐਪਲੀਕੇਸ਼ਨਸ ਕਿਸ ਤਰ੍ਹਾਂ ਹੋ ਜਾਣੀਆਂ ਪਤਾ ਵੀ ਨਹੀਂ ਚੱਲਣਾ ਸੋ ਡੂ ਨਾਟ ਲੈਟ ਦਿਸ ਓਪਰਚੁਨਿਟੀ ਗੋ ਵਰਕ ਜੇ ਤੁਸੀਂ ਐਲੀਜੀਬਲ ਹੈਗੇ ਹੋ ਇਸ ਟ੍ਰੇਡ ਦੇ ਵਿੱਚ ਹੈਗੇ ਹੋ ਗੋ ਫॉर ਇਟ ਜੀ ਬਿਲਕੁਲ ਸਰ। ਹੁਣ ਥੋੜਾ ਜਿਹਾ ਉਹਨਾਂ ਦੇ ਲਈ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਜੋ ਇਸ ਵੇਲੇ ਇੰਡੀਆ ਵਿੱਚ ਸਟਕ ਨੇ, ਇੱਥੇ ਜਿਨ੍ਹਾਂ ਨੇ ਵੇਟ ਕਰ ਰਹੇ ਸੀ ਕਿ ਕਦੋਂ ਸਕੋਰਸ ਜਿਹੜੇ ਆ ਉਹਨਾਂ ਦੇ ਅਕੋਰਡਿੰਗ ਹੋਣਗੇ ਜਾਂ ਪੀਐਨਪੀ ਲਈ ਉਹਨਾਂ ਨੂੰ ਇਨਵੀਟੇਸ਼ਨ ਆਉਣਗੇ, ਹੁਣ ਇਸ ਵਕਤ ਉਹਨਾਂ ਨੂੰ ਇਨਵੀਟੇਸ਼ਨਸ ਆ ਚੁੱਕੇ ਆ, ਮੀਟ ਕਰ ਚੁੱਕਿਆ ਸਾਰਾ ਉਹ ਜੋ ਵੀ ਇਸ ਵਕਤ ਸਿਸਟਮ ਸੀ ਸਭ ਨੂੰ ਕੁਆਲੀਫਾਈ ਕਰ ਚੁੱਕੇ ਨੇ, ਇਨਵੀਟੇਸ਼ਨਸ ਉਹਨਾਂ ਨੂੰ ਮਿਲ ਚੁੱਕੇ ਨੇ ਪਰ ਇਸ ਵਕਤ ਉਹ ਇੰਡੀਆ ਵਿੱਚ ਸਟਕ ਨੇ, ਅਜਿਹੇ ਸਰਕਮਸਟਾਂਸਿਸ 'ਚ ਉਹ ਕੀ ਕਰਨ? ਤਰਨ ਜੀ ਐਪਲੀਕੇਸ਼ਨ ਜਿਹੜੀਆਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਲਈਏ ਸੀਸੀ ਦੇ ਵਿੱਚ ਗੱਲ ਕਰ ਲਈਏ ਜਾਂ ਪੀਐਨਪੀ ਦੇ ਵਿੱਚ ਕਰ ਲਈਏ ਇਸ ਟਾਈਮ ਤੇ ਜੇ ਤੁਹਾਨੂੰ ਪੁਲਿਸ ਕਲੀਅਰੈਂਸ ਜਾਂ ਕੋਈ ਹੋਰ ਇਹੋ ਜਿਹੀ ਡਾਕੂਮੈਂਟੇਸ਼ਨ ਦੇ ਵਿੱਚ ਇਸ਼ੂ ਆ ਰਿਹਾ ਤੇ ਉਹਦਾ ਤੁਹਾਨੂੰ ਐਕਸਟਰਾ ਟਾਈਮ ਮਿਲ ਸਕਦਾ ਹੈਗਾ ਬਟ ਅਦਰ ਦੈਨ ਦੈਟ ਤੁਹਾਡੀ ਐਪਲੀਕੇਸ਼ਨ ਐਕਸੈਪਟ ਹੋ ਰਹੀ ਹੈ ਤੁਸੀਂ ਉਸੇ ਤਰ੍ਹਾਂ ਐਪਲੀਕੇਸ਼ਨ ਆਪਣੀਆਂ ਪੁੱਟ ਅਪ ਕਰ ਸਕਦੇ ਹੋ ਡਾਕੂਮੈਂਟੇਸ਼ਨ ਪੁੱਟ ਅਪ ਕਰ ਸਕਦੇ ਹੋ ਈਵਨ ਜੇ ਕੋਈ ਕਮੀ ਪੇਸ਼ੀ ਰਹਿ ਜਾਏਗੀ ਤੇ ਉਹਦੇ ਵਾਸਤੇ ਯੂ ਵਿਲ ਗੈਟ ਐਂਪਲ ਟਾਈਮ ਲੇਟਰ ਔਨ to put up these applications so information ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਪ੍ਰੋਫੈਸ਼ਨਲ ਹੈਲਪ ਪ੍ਰੋਫੈਸ਼ਨਲ ਐਡਵਾਈਸ ਚਾਹੀਦੀ ਹੈਗੀ ਬਿਕੋਜ਼ ਜਦੋਂ ਵੀ ਤੁਸੀਂ ਪ੍ਰੋਫਾਈਲ ਪੁੱਟ ਅਪ ਕਰਨਾ ਹੁੰਦਾ ਬੇਸਿਕ ਡਿਟੇਲਸ ਦੇ ਉੱਤੇ ਬਟ ਪ੍ਰੋਫਾਈਲ ਤੋਂ ਬਾਅਦ ਜਦੋਂ ਇਨਵੀਟੇਸ਼ਨ ਆ ਜਾਂਦਾ ਤਾਂ ਬੇਸਿਕਲੀ ਯੂ ਨੀਡ ਟੂ ਪੁੱਟ ਇਨ ਐਕਸਟਰਾ ਐਫਰਟਸ ਜਸਟ ਟੂ ਸੀ ਕਿ ਤੁਹਾਡੀ ਜੌਬ ਰਿਕੁਆਇਰਮੈਂਟਸ ਤੁਹਾਡੀ ਜੌਬ ਡਿਊਟੀਜ਼ ਤੁਹਾਡੀ ਪੋਜੀਸ਼ਨ ਨਾਲ ਮੈਚ ਕਰ ਰਹੀਆਂ ਕੱਟ ਕਾਪੀ ਕਰਕੇ ਜਦੋਂ ਕਈ ਵਾਰੀ ਤੁਸੀਂ ਕਰ ਦਿੰਦੇ ਹੋ ਤੇ ਆਫੀਸਰ ਉਹਦੇ ਉੱਤੇ they pull out certain job duties ਜਿਹੜੀ ਤੁਸੀਂ ਕਦੀ ਪਰਫਾਰਮ ਹੀ ਨਹੀਂ ਕਰ ਸਕਦੇ ਉਸ ਨੌਕ ਕੋਡ ਦੀਆਂ ਪ੍ਰੈਕਟੀਕਲੀ ਹੈਗੀਆਂ ਹੀ ਨਹੀਂ ਸੋ ਉਹਦੇ ਵਿੱਚ ਨਾ ਫਸ ਜਾਇਆ ਜੇ ਐਂਡ छोटी जी फीस बचाने पिछे अपना कैरियर ना खराब कर ले सो मैं हमेशा रिकमेंड करदा जिसका काम उसी को साजे जे तुसी प्रोफेशनली कर सकते हो कि डू इट योरसेल्फ अदरवाइज सीक हेल्प ऑफ अ कंसल्टेंट लॉयर जे ब्रिटिश कोलंबिया दे विच हैगे उत्थे किसी कंसल्टेंट नाल पुछ लो जे तुसी नोवा स्कोशिया दे विच हैगे ओंटारियो दे विच किते हैगे ते अपने आस-पास दे जेहड़े कंसल्टेंट ਨੂੰ ਤੁਸੀਂ ਟਰਸਟ ਕਰਦੇ ਹੋ ਜਾਂ ਜਿਹੜੇ ਲਾਇਰ ਨੂੰ ਟਰਸਟ ਕਰਦੇ ਹੋ ਉਹਨਾਂ ਨਾਲ ਗੱਲ ਕਰੋ ਐਂਡ ਆਈਸੀਸੀ ਇਮੀਗ੍ਰੇਸ਼ਨ ਤੇ ਯੂ ਕੈਨ ਆਲਵੇਜ਼ ਗੈਟ ਇਨ ਟੱਚ ਵਿਦ ਅਸ ਐਜ਼ ਵੈਲ ਐਂਡ ਜੇ ਤੁਸੀਂ ਤਰਨ ਮੈਂ ਇੱਥੇ ਜ਼ਰੂਰ ਐਡ ਕਰਨਾ ਚਾਹਾਂਗਾ ਸਾਨੂੰ ਕਾਫੀ ਸਾਰੀ ਫੋਨ ਆਉਂਦੇ ਨੇ ਜੀ ਸਾਨੂੰ ਸਾਰੇ ਆਪਸ਼ਨ ਸਾਡੇ ਖੋਲ ਕੇ ਦੱਸੋ ਜੇ ਤੁਸੀਂ ਸਾਰੀਆਂ ਆਪਸ਼ਨਸ ਖੋਲ ਕੇ ਡਿਸਕਸ ਕਰਨੀਆਂ ਤੇ ਤੁਹਾਨੂੰ ਸਾਡੇ ਨਾਲ ਪੇਡ ਕੰਸਲਟੇਸ਼ਨ ਲੈਣੀ ਪਏਗੀ ਐਂਡ ਜਦੋਂ ਪੇਡ ਕੰਸਲਟੇਸ਼ਨ ਲਓਗੇ ਉਸ ਤੋਂ ਬਾਅਦ ਜਿਹੜੀ ਤੁਸੀਂ ਫੀਸ ਪੇ ਕੀਤੀ ਹੋਏਗੀ ਜੇ ਕੱਲ ਨੂੰ ਤੁਸੀਂ ਸਾਡੀ ਸਰਵਿਸਿਜ਼ ਲੈਂਦੇ ਹੋ ਤੇ ਅਸੀਂ ਤੁਹਾਡੀ ਪ੍ਰੋਫੈਸ਼ਨਲ ਸਰਵਿਸਿਜ਼ ਦੇ ਪ੍ਰੋਫੈਸ਼ਨਲ ਫੀਸ ਦੇ ਵਿੱਚ ਆ ਤੁਹਾਡੀ ਕੰਸਲਟੇਸ਼ਨ ਵਾਲੀ ਫੀਸ ਡਿਡਕਟ ਕਰ ਦਿਆਂਗੇ ਸੋ ਇਸ ਤਰ੍ਹਾਂ ਅਸੀਂ ਵਰਕਆਊਟ ਕਰਦੇ ਹਾਂ ਬਟ ਹਰ ਐਪਲੀਕੈਂਟ ਦਾ ਉਸੇ ਟਾਈਮ ਸਾਰੀ ਆਪਸ਼ਨ ਡਿਸਕਸ ਕਰਨਾ is sometimes not feasible so ਹਰ ਇੱਕ ਸਾਡੇ ਕੋਲ ਵੀ ਇੰਨੀਆਂ ਕਾਲਸ ਆਉਂਦੀਆਂ ਕਿ we also feel we have limited time so ਅਸੀਂ ਹਮੇਸ਼ਾ ਕਹਿੰਦੇ ਆ ਕਿ ਜੇ ਕੰਪਲੀਟ ਕੰਸਲਟੇਸ਼ਨ ਲੈਣੀ ਹੈ 15-20 ਮਿੰਟ ਅੱਧਾ ਘੰਟੇ ਦੀ ਤੇ ਯੂ نو ਯੂ ਸ਼ੁਡ ਗੋ ਇਨ ਫॉर ਪੇਡ ਕੰਸਲਟੇਸ਼ਨ ਹਾਂ ਜੇ ਤੁਸੀਂ ਬੇਸਿਕ ਸੁਪਰਫੀਸ਼ੀਅਲ ਇਨਫੋਰਮੇਸ਼ਨ ਲੈਣਾ ਚਾਹਦੇ ਹੋ ਕਿ ਮੇਰੇ ਇੰਨੇ ਪੁਆਇੰਟਸ ਹੈਗੇ ਨੇ ਮੈਂ ਮੇਰੇ ਵਾਸਤੇ ਕੀ ਆਪਸ਼ਨ ਹੈਗੀ ਹੈ ਕੀ ਸੁਜੈਸ਼ਨ ਚ ਦਿੰਦੇ ਹੋ ਉਹ ਅਸੀਂ ਵੀ ਗਿਵ ਇਟ ਫ੍ਰੀ ਆਫ ਕਾਸਟ देयर इज no cost to those services ਬਟ ਜਦੋਂ ਤੁਸੀਂ ਲੈਬੋਰੇਟ ਕਰਦੇ ਹੋ ਤੇ ਆਬਵੀਅਸਲੀ ਵੀ ਵੁੱਡ ਰეკਮੈਂਡ ਕਿ ਤੁਸੀਂ ਪੇਡ ਕੰਸਲਟੇਸ਼ਨ ਵਿੱਚ ਜਾਓ ਐਂਡ ਬਾਅਦ ਚੋਂ ਇਹੀ ਜਿਹੜੀ ਕੰਸਲਟੇਸ਼ਨ ਹੋਏਗੀ ਤੁਹਾਡੀ ਪ੍ਰੋਫੈਸ਼ਨਲ ਫੀਸ ਦੇ ਵਿੱਚ ਅਸੀਂ ਡਿਡਕਟ ਕਰਦੇ ਹਾਂ ਜੀ ਸਰ ਇਸ ਵਕਤ ਜਿਹੜੇ ਸਟਕ ਹੋਏ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਸਟੇਟਸ ਕੋਈ ਖਤਮ ਹੋਣ ਵਾਲਾ ਚਾਹੇ ਉਹ ਜੇ ਉਹ ਸਟੂਡੈਂਟਸ ਹਨ ਉੱਥੇ ਸਟਕ ਹੋ ਚੁੱਕੇ ਨੇ ਅੱਗੇ ਆਪਣਾ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਪਾਏ ਜੇ ਕੋਈ ਵਰਕ ਪਰਮਿਟ ਵਾਲਾ ਸੀ ਉੱਥੇ ਸਟਕ ਹੋ ਚੁੱਕਿਆ ਇਸ ਵਕਤ ਉਹਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਉਹਨਾਂ ਦੇ ਲਈ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਇਸ ਵਕਤ ਅਜਿਹੇ ਹਾਲਾਤਾਂ 'ਚ ਉਹ ਕੀ ਕਰਨ ਕਿਉਂਕਿ ਸਾਨੂੰ ਪਤਾ ਹੈ ਕਿ ਅਜੇ ਫਲਾਈਟਸ ਵੀ ਨਹੀਂ ਚੱਲ ਪਾ ਰਹੀਆਂ
ਹਾਂਜੀ ਤਰਨ ਜੀ ਬਿਲਕੁਲ ਐਪਲੀਕੇਸ਼ਨਸ ਉਹਨਾਂ ਨੂੰ ਕਵਾਂਗਾ ਕਿ ਯੂ ਸ਼ੁਡ ਪੁੱਟ ਇਨ ਐਨ ਐਪਲੀਕੇਸ਼ਨ ਫॉर ਐਕਸਟੈਂਸ਼ਨ ਆਫ ਯੋਰ ਵੀਜ਼ਾਸ ਐਂਡ ਆਪਣੇ ਸਾਰੇ ਸਰਕਮਸਟੈਂਸਸ ਅੱਛੀ ਤਰ੍ਹਾਂ ਲਿਖੋ ਐਂਡ ਸਬਮਿਸ਼ਨਸ ਤੁਹਾਡੀਆਂ ਇੰਨੀਆਂ ਅੱਛੀਆਂ ਹੋਣੀ ਚਾਹੀਦੀਆਂ ਕਿ ਇੱਕ ਇੱਕ ਚੀਜ਼ ਤੁਹਾਡੀ ਐਡਰੈਸ ਹੋਣੀ ਚਾਹੀਦੀ ਹੈ ਜੇ ਤੁਹਾਡਾ ਐਕਸਪਾਇਰ ਵੀ ਹੋ ਗਿਆ ਤੇ ਯੂ ਵੁੱਡ ਬੀ ਏਬਲ ਟੂ ਗੈਟ ਬੈਕ ਇਨਟੂ ਦਾ ਕੰਟਰੀ ਜੀ ਸਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਕੀ ਹੁਣ ਇੰਟਰਨੈਸ਼ਨਲ ਸਟੱਡੀ ਵੀਜ਼ਾ ਉਹਦੇ ਲਈ ਜਿਹੜੀਆਂ ਨੇ ਉਹ ਫਾਈਲਸ ਜਿਹੜੀਆਂ ਪ੍ਰੋਸੈਸਿੰਗ ਹੋ ਰਹੀਆਂ ਨੇ ਜਾਂ ਫਿਰ ਉਹਨਾਂ ਉੱਤੇ ਇਸ ਵਕਤ ਥੋੜੇ ਸਮੇਂ ਲਈ ਔਨ ਹੋਲਡ ਉਹਨਾਂ ਨੂੰ ਕਰ ਦਿੱਤਾ ਗਿਆ ਇਹਦੇ ਬਾਰੇ ਵਿੱਚ ਮੈਂ ਜਾਣਨਾ ਚਾਹੂੰਗੀ ਪਹਿਲਾਂ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਸਰ ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ ਹੈਲੋ ਹਾਂਜੀ ਹਾਂ ਹਾਂਜੀ 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 ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ ਹਾਂ ਬ੍ਰੈਂਪਟਨ ਤੋਂ ਸੁਰਿੰਦਰਪਾਲ ਸਿੰਘ ਬੋਲ ਰਹੇ ਹਾਂ ਜੀ ਸਰ ਅਸੀਂ ਆਪਣੇ ਪੀਆਰ ਬਾਰੇ ਪੁੱਛਣਾ ਸੀ ਅਸੀਂ ਐਜ਼ ਟੂਰਿਸਟ ਵੀਜ਼ਾ ਆਏ ਆ ਬੱਚਿਆਂ ਕੋਲੋਂ ਜੀ ਗ੍ਰੈਂਡ ਪੇਰੈਂਟਸ ਹੂੰ ਕੀ ਪੁੱਛਣਾ ਚਾਹੁੰਦੇ ਹੋ ਸਰ ਤੁਸੀਂ ਟੂਰਿਸਟ ਵੀਜ਼ਾ ਤੇ ਤੁਸੀਂ ਆਏ ਹੋ ਟੂਰਿਸਟ ਵੀਜ਼ਾ ਤੇ ਹੈਗੇ ਆ ਅਸੀਂ ਪੀਆਰ ਲਈ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹਾਂ ਪੀਆਰ ਲਈ ਕਦੋਂ ਅਪਲਾਈ ਕਰ ਸਕਦੇ ਹੋ ਕਿਵੇਂ ਅਪਲਾਈ ਕਰ ਸਕਦੇ ਹੋ ਜੀ ਮਨੂ ਜੀ ਆਈ ਥਿੰਕ ਆਪਾਂ ਨੂੰ ਕਾਫੀ ਇਹਨਾਂ ਦੀ ਡਿਟੇਲ 'ਚ ਜਾਣਕਾਰੀ ਲੈਣੀ ਪੈਣੀ ਆ ਜੇ ਪੀਆਰ ਦੀ ਫਾਈਲਸ ਦੇ ਲਈ ਹਾਂਜੀ ਤਰਨ ਜੀ ਜੀ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ ਹੈਲੋ हाँ जी नमस्कार मैडम नमस्कार जी कित्थों बोल रहे हो सर जी मैं सऊदी अरब से बोल रहा हूँ तो मेरा मनु दत्ता जी से सवाल है थोड़ा क्वेश्चन है जी कि मैं यहाँ मेरी उम्र जो है 54 हो गई है तो मैं यहाँ एज ए ट्रक ड्राइवर काम करता हूँ काफी टाइम हो गया मेरे को और एक्सपीरियंस भी मेरा है तो मेरे को कौन सी प्रोविंस में फाइल लगानी चाहिए क्योंकि एज के तो मेरे को कोई पॉइंट मिलेगा नहीं तो इसलिए मेरे को कौन सी प्रोविंस में फाइल लगानी चाहिए तो मेरी पीएनपी और पीआर के लिए कोई प्रॉब्लम नहीं हो एक तो ये मेरा सवाल है जी दूसरा कि मेरा पासपोर्ट जो अभी 1 साल और 6 महीने का रह गया है तो वर्क परमिट होता है 2 साल का तो मेरे को पासपोर्ट रिन्यू कराना चाहिए या वहाँ आके करवा ले तो वर्क परमिट भी रिन्यू हो जाएगा साथ में मैडम सर ਤੁਹਾਡੇ ਕੋਲ ਕੋਈ ਜੌਬ ਲੈਟਰ ਹੈਗੀ ਹੈ ਕੋਈ ਜੌਬ ਆਫਰ जॉब लेटर नहीं मेरे को अभी फाइल लगाने के मैं प्रोसेस में चल रहा हूँ तो मेरे को ये पूछना है कि कौन से प्रोविंस में ठीक रहेगा मेरा जो जी ਤੁਸੀਂ ਆਇਲਸ ਕੀਤੀ ਹੈ ਸਰ ਤੁਸੀਂ ਸਰ आपने आइल्स की है आइल्स की 5 बैंड है एक्सपीरियंस लेटर है मेरे पास एक्सपीरियंस है 15 साल का एक्सपीरियंस लेटर है सब कुछ है जी 5 बैंड हो गए हैं ओवरऑल ਜੀ ਮਨੂ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਦੋਗੇ ਜਾਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਟੀਵੀ ਸਕਰੀਨ ਤੇ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਜਿਹੜਾ ਸੁਣ ਸਕਦੇ ਹੋ ਥੈਂਕ ਯੂ ਸੋ ਮਚ ਜੀ ਪਹਿਲਾਂ ਸਰ ਜਿਹੜੀ ਪੇਰੈਂਟਲ ਦੀ ਪ੍ਰੋਗਰਾਮਿੰਗ ਦੀ ਗੱਲ ਕਰ ਲਈਏ ਪੀਆਰ ਦੀਆਂ ਫਾਈਲਸ ਕਦੋਂ ਤੱਕ ਓਪਨ ਹੋ ਸਕਦੀਆਂ ਨੇ ਕਿਉਂਕਿ ਸਾਨੂੰ ਦਰਸ਼ਕ ਉਹਦੇ ਬਾਰੇ ਵੀ ਸਵਾਲ ਪੁੱਛ ਰਹੇ ਨੇ ਕਿ ਪੀਆਰ ਦਾ ਪ੍ਰੋਸੈਸ ਕਿਵੇਂ ਹੋਏਗਾ Absolutely, Taran ji, ਜਿਹੜੀ parental applications ਹੈਗੀਆਂ we are expecting that files will open up ਕਦੋਂ acceptance ਹੋਣਗੀਆਂ accept ਕਰਨੀਆਂ ਸ਼ੁਰੂ ਹੋਣਗੀਆਂ ਉਹ time will tell ਹਲੇ 2-3 ਮਹੀਨੇ ਤੇ ਲੱਗਦਾ ਕਿ ਹਲੇ accept ਨਹੀਂ ਹੋਣੀਆਂ provided ਜੇ ਉਹ requirements meet ਕਰ ਰਹੇ ਨੇ ਪਿਛਲੇ 3 ਸਾਲਾਂ ਦੀਆਂ ਤੇ there is a very very strong likelihood ਕਿ application ਜਲਦੀ ਹੀ accept ਹੋਣਗੀਆਂ दूसरी जो इन्होंने पूछा ट्रक ड्राइवर के लिए तरन जी ट्रक ड्राइवर वास्ते आने वास्ते इन्हां नूं सब तो पहला तो LMIA चाहिए किहड़ा प्रोविंस दा होवे इस टाइम ते जिहड़ा पायलट चल रहा है ब्रिटिश कोलंबिया मैनीटोबा नोवा स्कोशिया ओंटारियो सारे दा पायलट चल रहा है जिहदे विच क्वालिफाई हो सकते हैं सो इनको सबसे पहले ये चाहिए कि LMIA के ऐसा एम्प्लॉयर ढूंढे जो LMIA और जॉब ऑफर देने के लिए इनको तैयार हो और ये जो LMIA का प्रोसेस और जॉब ऑफर का प्रोसेस को 5-6 महीने और लग जाएंगे सो अगर ये इनका पासपोर्ट रिन्यू हो सकता है तो दैट इज डेफिनेटली बेटर ਜੀ ਬਿਲਕੁਲ ਤੇ ਸਰ ਗੱਲਬਾਤ ਕਰ ਰਹੇ ਸੀ ਸਟੱਡੀ ਵੀਜ਼ਾ ਦੇ ਬਾਰੇ ਵਿੱਚ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹੁਣ ਮੋਸਟਲੀ ਆਨਲਾਈਨ ਸਟੱਡੀਜ਼ ਦਾ ਆਪਸ਼ਨ ਦਿੱਤਾ ਗਿਆ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਿ ਉਹ ਆਪਣੇ ਦੇਸ਼ ਤੋਂ ਆਨਲਾਈਨ ਸਟੱਡੀ ਕਰ ਸਕਦੇ ਨੇ ਕਿ ਇਸ ਦੇ ਬਾਵਜੂਦ ਜਿਵੇਂ ਹੁਣ ਨੈਕਸਟ ਬੈਚ ਦੀ ਅਸੀਂ ਗੱਲ ਕਰੀਏ ਕਿ ਉਸ ਲਈ ਜਿਹੜਾ ਸਟੱਡੀ ਵੀਜ਼ਾ ਦੀਆਂ ਪ੍ਰੋਫਾਈਲਸ ਜਿਹੜੀਆਂ ਨੇ ਉਹ ਸਟੱਡੀ ਕੀਤੀਆਂ ਜਾ ਰਹੀਆਂ ਨੇ ਉਹ ਦੇਖੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਤਰਨ ਜੀ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਹੈਗੀ ਨਾ ਇਹ ਵੀ ਜਿਹੜੀ GDP ਨੂੰ ਤਕਰੀਬਨ $22 ਬਿਲੀਅਨ ਹਰ ਸਾਲ ਐਡ ਕਰਦੇ ਨੇ ਕੈਨੇਡੀਅਨ GDP ਨੂੰ ਸੋ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਵੀ ਫੋਕਸ ਕੈਨੇਡੀਅਨ ਗਵਰਨਮੈਂਟ ਦਾ ਹਮੇਸ਼ਾ ਬਣਿਆ ਰਹਿੰਦਾ ਹੈਗਾ ਐਂਡ ਅੱਜ ਦੀ ਤਰੀਕ ਦੇ ਵਿੱਚ ਜੇ ਗੱਲ ਕਰੀਏ ਤੇ ਜਿਹੜਾ ਲੇਟੈਸਟ ਅਪਡੇਟ ਆਇਆ ਹੈਗਾ ਕਿ ਜੇ ਤੁਸੀਂ somehow Canada travel नहीं कर सके तो 50% ਜੇ ਸਟੱਡੀ ਤੁਸੀਂ ਬਾਹਰ ਬੈਠੇ ਵੀ ਕਰਦੇ ਹੋ ਤਾਂ you will still be eligible for full term of your post grad work permit ਜੇ 1 ਸਾਲ ਦਾ ਕੋਰਸ ਹੈਗਾ ਤੇ 6 ਮਹੀਨੇ ਬਾਹਰ ਪੜ੍ਹਾਈ ਕਰ ਸਕਦੇ ਜੇ 2 ਸਾਲ ਦਾ ਕੋਰਸ ਹੈਗਾ ਤੇ 1 ਸਾਲ ਜੇ 2 ਸਮੈਸਟਰ ਵੀ ਬਾਹਰ ਕਰ ਲੇ ਤਾਂ ਵੀ ਤੁਸੀਂ 3 ਸਾਲ ਦੇ post grad work permit ਵਾਸਤੇ eligible ਰਹੋਗੇ ਜੀ ਇਹਦੇ ਬਾਰੇ ਗੱਲ ਕਰਾਂਗੇ ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ ਹੈਲੋ हेलो
ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਹੈਲੋ ਮੈਡਮ ਇਟਲੀ ਤੋਂ ਬੋਲ ਰਹੇ ਜੀ ਅਸੀਂ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਡਮ ਅਸੀਂ ਪ੍ਰੋਗਰਾਮ ਦੇ ਵਿੱਚ ਫੋਨ ਨਹੀਂ ਕੀਤਾ ਹੁੰਦਾ ਵੈਸੇ। ਜੀ ਸਰ, ਤੁਹਾਡਾ ਕੋਈ ਜੀ ਸਰ, ਪ੍ਰੋਗਰਾਮ ਬਾਰੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ, ਕੋਈ ਇਮੀਗ੍ਰੇਸ਼ਨ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਤੁਸੀਂ ਕਾਲ ਕੀਤੀ, ਅਦਰਵਾਈਜ਼ ਬਹੁਤ ਬਹੁਤ ਧੰਨਵਾਦ। ਹਾਂਜੀ ਜੀ ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਜੀ ਸਰ, ਅਸੀਂ ਗੱਲ ਕਰ ਰਹੇ ਸੀ ਸਟੂਡੈਂਟ ਵੀਜ਼ਾ ਬਾਰੇ। ਤਰਨ ਜੀ, ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਸੈਪਟੈਂਬਰ ਸੈਸ਼ਨਸ ਐਂਡ ਜਨਵਰੀ ਸੈਸ਼ਨ ਹੈਗਾ ਉਹ ਜ਼ਰੂਰ ਇੰਪੈਕਟ ਹੋਣਗੇ, ਬਿਕੋਜ਼ ਕਾਫੀ ਸਾਰੇ ਬੱਚਿਆਂ ਨੇ ਤੇ ਆਨਲਾਈਨ ਕੋਰਸਿਸ ਲੈ ਲਏ ਨੇ। ਕੁਝ ਇੱਕ ਬੱਚਿਆਂ ਨੇ ਜਿਹੜੇ ਆਨਲਾਈਨ ਕੋਰਸਿਸ ਨਹੀਂ ਪ੍ਰੈਫਰ ਕੀਤੇ, ਉਹਨਾਂ ਦੀ ਡੈਫਰਲ ਹੋਣਗੀਆਂ। ਐਂਡ ਮੈਂ ਅੱਜ ਦੀ ਤਰੀਕ 'ਚ ਇੱਕੋ ਹੀ ਰਿਕਮੈਂਡ ਕਰੂੰਗਾ, ਜੇ ਤੁਸੀਂ ਆਨਲਾਈਨ ਕੋਰਸਿਸ ਆਪਣੇ ਈ ਕਲਾਸਿਸ ਦੇ ਵਿੱਚ ਜਾ ਸਕਦੇ ਹੋ ਤੇ ਦੈਟ ਇਜ਼ 1000 ਟਾਈਮਸ ਬੈਟਰ ਫॉर ਯੂ ਈ ਸਕੂਲ ਦੇ ਵਿੱਚ, ਬਿਕੋਜ਼ ਦੈਟ ਵਿਲ ਹੈਲਪ ਯੂ, ਬਿਕੋਜ਼ ਤੁਹਾਡੇ ਵਰਕ ਪਰਮਿਟ ਦੇ ਉੱਤੇ ਕੋਈ ਇੰਪੈਕਟ ਉਹਦਾ ਨਜ਼ਰ ਨਹੀਂ ਆਏਗਾ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਤਰਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਹੋ? ਇੱਥੋਂ ਬ੍ਰਹਮਪੁਰ ਤੋਂ ਬੋਲ ਰਹੇ ਜੀ। ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਤਰਨ ਜੀ, ਬੇਟੇ ਦੇ ਨਾ ਬਾਇਓਮੈਟ੍ਰਿਕ ਵਗੈਰਾ ਸਾਰਾ ਕੁਝ ਹੋ ਚੁੱਕਿਆ ਫਰਵਰੀ ਦੇ ਐਂਡ ਵਿੱਚ, ਤੇ ਉਸ ਤੋਂ ਬਾਅਦ ਕੋਵਿਡ-19 ਕਰਕੇ ਬੰਦ ਸੀਗਾ, ਤੇ ਉਹ ਪੀਆਰ ਤੱਕ ਕਿੰਨਾ ਕੁ ਟਾਈਮ ਲੱਗ ਸਕਦਾ? ਜੀ ਮਨੂ ਦੱਤਾ ਜੀ, ਆਪਾਂ ਇਹਨਾਂ ਨੂੰ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਫਿਰ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਇਹਨਾਂ ਤੋਂ? ਟੀਵੀ ਸਕਰੀਨ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜੀ ਸਰ। ਸਰ, ਮੈਂ ਇੱਕੋ ਚੀਜ਼ ਕਹੂੰਗਾ ਤਰਨ ਜੀ, ਬੀ ਪੇਸ਼ੈਂਟ। ਸੈਕਿੰਡ ਥਿੰਗ ਇਜ਼ ਕਿ ਯੂ ਕੈਨ ਡੂ ਐਨੀਥਿੰਗ। ਇਟ ਇਜ਼ ਬਿਕੋਜ਼ ਸਰਕਮਸਟੈਂਸਸ ਇਹੋ ਜਿਹੇ ਹੋ ਗਏ ਨੇ ਕਿ ਵੀਜ਼ਾ ਪ੍ਰੋਸੈਸਿੰਗ ਜਿੰਨੀ ਫਾਸਟ ਹੋਣੀ ਚਾਹੀਦੀ ਸੀ, ਉਹ ਅੱਜ ਦੀ ਤਰੀਕ ਦੇ ਵਿੱਚ ਆਫੀਸਰਸ ਉਹਨਾਂ ਦੇ ਵੀ ਹੱਥ ਬੰਨੇ ਹੋਏ ਨੇ। ਸੋ ਉਹ ਲਿਮਿਟਿਡ ਸਪੇਸ ਦੇ ਨਾਲ ਹੀ ਕੰਮ ਹੋ ਰਿਹਾ। ਦੈਟ ਇਜ਼ ਦਾ ਰੀਜ਼ਨ ਕਿ ਤੁਹਾਡੀ ਫਾਈਲ ਦੇ ਉੱਤੇ ਡਿਲੇ, ਤੁਹਾਡੀ ਬੇਟੀ ਦੀ ਫਾਈਲ ਦੇ ਉੱਤੇ ਡਿਲੇ ਹੋ ਰਿਹਾ। ਜਸਟ ਵੇਟ, ਐਂਡ ਜੇ ਬਾਇਓਮੈਟ੍ਰਿਕਸ ਹੋ ਚੁੱਕੇ ਨੇ, ਐਵਰੀਥਿੰਗ ਇਜ਼ ਗੁੱਡ, ਤੇ ਪ੍ਰੋਬਬਲੀ ਵੈਰੀ ਸੂਨ ਯੂ ਸ਼ੁਡ ਹੀਅਰ ਬੈਕ। ਜੀ ਬਿਲਕੁਲ। ਤੇ ਸਰ, ਕੀ ਬਾਇਓਮੈਟ੍ਰਿਕਸ ਹੁਣ ਜਿਹੜੇ ਵੇਟ ਕਰ ਰਹੇ ਸੀ, ਕੀ ਓਪਨ ਹੋ ਚੁੱਕੇ ਨੇ ਜਾਂ ਇਹਦੇ ਲਈ ਹਜੇ ਵੇਟ ਹੀ ਕਰਨੀ ਪਏਗੀ? ਹਲੇ ਜਿਹੜੇ ਇਨ ਕੈਨੇਡਾ ਹਲੇ ਬਾਇਓਮੈਟ੍ਰਿਕਸ ਓਪਨ ਨਹੀਂ ਹੋਏ ਜੀ, ਹਲੇ ਉਦੋਂ ਟਾਈਮ ਲੱਗ ਰਿਹਾ ਹੈਗਾ। ਐਂਡ ਐਕਸਪੈਕਟਡ ਹੈਗਾ ਕਿ ਜੂਨ ਦੇ ਲਾਸਟ ਵੀਕ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਬਾਇਓਮੈਟ੍ਰਿਕਸ ਵਾਸਤੇ ਕੈਨੇਡੀਅਨ ਵਿੱਚ ਆਰਾਮ ਨਾਲ ਹੋ ਪਾਣਗੇ। ਜੀ ਬਿਲਕੁਲ। ਸਰ, ਇਹ ਕਿਹਾ ਜਾ ਰਿਹਾ ਸੀ ਫੈਡਰਲ ਲੈਵਲ ਸਕਿੱਲ ਟ੍ਰੇਡ ਪ੍ਰੋਗਰਾਮ ਦੇ ਬਾਰੇ ਵਿੱਚ ਪੁੱਛਣ ਵਿੱਚ ਆ ਰਿਹਾ ਸੀ। ਇਹਦੇ ਬਾਰੇ ਵੀ ਸਾਨੂੰ ਦਰਸ਼ਕ ਕੁਝ ਕਮੈਂਟ ਕਰ ਰਹੇ ਨੇ ਕਿ ਇਹਦੇ ਬਾਰੇ ਵਿੱਚ ਕੁਝ ਪਤਾ ਲੱਗਿਆ, ਕਿਉਂਕਿ ਮਈ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਪ੍ਰੋਗਰਾਮ ਦੇ ਬਾਰੇ ਵਿੱਚ ਇਨਵੀਟੇਸ਼ਨਸ ਆਉਣਗੇ। ਤਰਨ, ਹਾਲੇ ਕੋਈ ਅਪਡੇਟ ਨਹੀਂ ਹੈਗੀ ਕੋਈ ਚੀਜ਼। ਬਿਲਕੁਲ, ਅਜੇ ਵੇਟ ਪੀਰੀਅਡ ਚੱਲ ਰਿਹਾ ਕਿ ਵੇਟ ਕੀਤਾ ਜਾਵੇ, ਵੇਟ ਐਂਡ ਵੇਟ ਵਾਚ। ਜੀ, ਹਾਂਜੀ ਬਿਲਕੁਲ, ਬਟ ਇੱਕੋ ਚੀਜ਼ ਕਿ ਬਿਲਕੁਲ, ਇੱਕ ਪਹਿਲੇ ਕਾਲ ਲੈ ਲਈਏ, ਦਰਸ਼ਕ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਇੱਥੋਂ ਕੈਨੇਡਾ ਆਏ ਹੋਏ ਹਾਂ, BC ਤੋਂ ਬੋਲ ਰਹੇ ਹਾਂ ਜੀ, ਦੱਸੋ ਜੀ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਵਿਜ਼ਟਰ ਵੀਜ਼ਾ ਤੇ ਆਏ ਹੋਏ ਸੀ ਬੱਚਿਆਂ ਕੋਲ, ਤੇ ਮੇਰੇ ਹਸਬੈਂਡ ਦਾ ਵੀਜ਼ਾ ਐਕਸਪਾਇਰ ਹੋ ਗਿਆ ਜੀ। ਹਾਂਜੀ, ਫਲਾਈਟਾਂ ਬੰਦ ਹੈ, ਉਹਦੇ ਕਾਰਨ ਸਾਡੇ ਕੋਲ ਜਾਇਆ ਨਹੀਂ ਗਿਆ ਜੀ, ਤੇ ਉਹਦੇ ਬਾਰੇ ਪੁੱਛਣਾ ਚਾਹੁੰਦੇ ਸੀ, ਕੋਈ ਪ੍ਰੋਬਲਮ ਤੇ ਨਾ ਆਏਗੀ ਸਾਨੂੰ ਵਾਪਸ ਜਾਣ ਵੇਲੇ? ਤੁਸੀਂ ਵੀਜ਼ਾ ਐਕਸਟੈਂਸ਼ਨ ਦੀ ਤੁਸੀਂ ਕੋਈ ਐਪਲੀਕੇਸ਼ਨ ਦਿੱਤੀ? ਨਹੀਂ ਜੀ, ਦਿੱਤੀ ਨਹੀਂ ਹਜੇ ਕੋਈ ਵੀ। ਅਸੀਂ ਐਮਬੈਸੀ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਕੋਈ ਜ਼ਰੂਰਤ ਨਹੀਂ ਹੈਗੀ, ਤੁਸੀਂ ਜਦੋਂ ਵਾਪਸ ਜਾਓਗੇ ਤਾਂ ਉਦੋਂ ਕੋਈ ਖਾਸ ਪੁੱਛਗਿੱਛ ਨਹੀਂ ਹੁੰਦੀ ਕੋਈ ਵੀ। ਜੀ ਮਨੂ ਦੱਤਾ ਜੀ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ ਤੇ ਆਨਸਰ ਮੈਮ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਇਮੀਗ੍ਰੇਸ਼ਨ ਬਾਰੇ ਗੱਲ ਕਰਨੀ ਸੀਗੀ ਜੀ ਸਰ, ਦੱਸੋ ਕਿੱਥੋਂ ਬੋਲ ਰਹੇ ਹੋ ਤੁਸੀਂ? ਅਸੀਂ ਮਿਲਾਨ ਤੋਂ ਬੋਲ ਰਹੇ ਜੀ, ਇਟਲੀ ਤੋਂ। ਜੀ ਦੱਸੋ ਸਰ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਮੈਡਮ, ਅਸੀਂ ਇੱਥੇ ਰਹਿੰਦੇ ਹੈਗੇ ਆ ਇਟਲੀ ਦੇ ਵਿੱਚ, ਤੇ ਇਹ ਜਾਣਨਾ ਚਾਹੁੰਦੇ ਸੀ ਵੀ ਕਿੱਦਾਂ ਲੀਗਲੀ ਤੌਰ ਤੇ ਉਹ ਹੋ ਸਕਦੇ ਕੈਨੇਡਾ ਦੇ ਵਿੱਚ। ਲੀਗਲ ਤੌਰ ਤੇ ਜਾਂ ਇਲੀਗਲ ਤੌਰ ਤੇ, ਕਾਨੂੰਨੀ ਤੌਰ ਤੇ ਜਾਂ ਗੈਰ ਕਾਨੂੰਨੀ ਤੌਰ ਤੇ ਆਉਣਾ ਚਾਹੁੰਦੇ ਹੋ? ਦੋਵੇਂ ਤਰੀਕਿਆਂ ਨਾਲ, ਜਿੱਦਾਂ ਵੀ ਹੋ ਸਕੇ ਜੀ। ਤੁਸੀਂ ਕਰ ਕੀ ਰਹੇ ਹੋ ਜੀ ਇਟਲੀ ਵਿੱਚ ਫਿਲਹਾਲ? ਮੈਡਮ, ਮੈਂ ਇੱਥੇ ਜੀ ਟਰੱਕ ਚਲਾਉਂਦਾ ਜੀ। ਕੁਆਲੀਫਿਕੇਸ਼ਨ ਕੀ ਹੈ ਸਰ ਤੁਹਾਡੀ? ਇੰਡੀਆ ਮੈਡਮ, ਮੈਂ ਪਹਿਲਾਂ ਤਾਂ ਸੈਕੰਡਰੀ ਐਜੂਕੇਸ਼ਨ +2, ਉਸ ਤੋਂ ਬਾਅਦ ਡਿਪਲੋਮਾ ਕੀਤਾ ਹੋਇਆ ਆ ਡੀਜ਼ਲ ਇੰਜਨ ਦਾ। ਜੀ ਮਨੂ ਦੱਤਾ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ ਚਾਹੁੰਦੇ ਹੋ?
ਟੀਵੀ ਸਕਰੀਨ ਤੇ ਜੀ ਬਿਲਕੁਲ ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਵੈਸੇ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਵੀ ਕੰਮ ਕਰਨ ਦੀ ਕੋਈ ਸਲਾਹ ਨਹੀਂ ਦਿੰਦੇ। ਕਾਨੂੰਨੀ ਤਰੀਕੇ ਨਾਲ ਕਿਸ ਤਰੀਕੇ ਨਾਲ ਆ ਸਕਦੇ ਹੋ ਉਹਦੇ ਬਾਰੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ। ਤਰਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਕੰਪਲੀਮੈਂਟ ਕਰੂੰਗਾ ਕਿ ਤੁਸੀਂ ਇੰਟਰਵਿਊਜ਼ ਇੰਨੀਆਂ ਕਰ ਚੁੱਕੇ ਹੋ, ਹੁਣ ਤੁਸੀਂ ਅੱਧੇ ਤੋਂ ਜ਼ਿਆਦਾ ਕੰਸਲਟੈਂਟ ਬਣ ਚੁੱਕੇ ਹੋ। ਨਹੀਂ ਸਰ, ਮੈਨੂੰ ਪਤਾ ਸੀ ਤੁਸੀਂ ਕੀ ਬੇਸਿਕ ਕੁਐਸਚਨ ਪੁੱਛਣੇ ਆ, ਮੈਨੂੰ ਰੋਜ਼ ਪੁੱਛ ਕੇ ਪਤਾ ਲੱਗ ਗਿਆ। ਸੋ no, ਤੁਸੀਂ ਮੈਂ ਬਿਕੋਜ਼ ਤੁਸੀਂ ਹਰ ਫੀਲਡ ਦੇ ਇੰਟਰਵਿਊ ਕਰਦੇ ਹੋ ਮਾਹਰਾਂ ਨਾਲ, ਤੇ ਯੂ ਨੋ ਵਾਟ ਇਟ ਇਜ਼ ਰਿਕੁਆਇਰਡ, ਐਂਡ ਅੱਧੇ ਤੇ ਤੁਸੀਂ ਜੱਜ ਕਰ ਸਕਦੇ ਹੋ ਕਿ ਕੁਆਲੀਫਾਈ ਹੋਣਗੇ ਜਾਂ ਨਹੀਂ ਹੋਣਗੇ। ਜੀ ਸਰ, ਦੱਸੋ ਸਰ ਕੀ ਕਹਿਣਾ ਚਾਹੁੰਦੇ। ਇਹਨਾਂ ਨੂੰ ਇੱਕੋ ਹੀ ਚੀਜ਼ ਕਵਾਂਗਾ ਜੀ ਕਿ ਇਹਨਾਂ ਦੀ ਐਜੂਕੇਸ਼ਨ, ਏਜ ਤੇ ਐਜੂਕੇਸ਼ਨ ਦੋਨੋਂ ਪੀਐਨਪੀ ਵਾਸਤੇ ਕੁਆਲੀਫਾਈ ਕਰ ਸਕਦੇ ਨੇ, ਪ੍ਰੋਵਾਈਡਡ ਇਹਨਾਂ ਦੇ ਕੋਲ EMPLOYER ਕੋਈ ਇਹੋ ਜਿਹਾ ਹੋਵੇ ਜਿਹੜਾ LMIA ਦੇ ਪਹਿਲੇ ਇਹਨਾਂ ਨਾਲ ਇੱਥੇ ਆ ਕੇ ਕੰਮ ਕਰ ਸਕਣ, ਜਿਨ੍ਹਾਂ ਦੇ ਨਾਲ ਉਸ ਤੋਂ ਬਾਅਦ ਪੀਐਨਪੀ ਵਾਸਤੇ ਉਹ EMPLOYER ਐਲੀਜੀਬਲ ਹੋਵੇ, ਤੇ ਇਹਨਾਂ ਦੀ PR ਦੋਨੋਂ ਪੋਸੀਬਲ ਹੈਗੀ ਹੈ, ਬਿਕੋਜ਼ ਏਜ ਵਿਲ ਨਾਟ ਇੰਪੈਕਟ ਹਿਸ PR ਐਪਲੀਕੇਸ਼ਨ, ਐਂਡ ਐਜੂਕੇਸ਼ਨ ਇਹਨਾਂ ਦੇ ਕੋਲ ਡਿਪਲੋਮਾ ਹੈਗਾ ਪੋਸਟ 12th ਤੋਂ ਬਾਅਦ, ਸੋ ਹੀ ਵੁੱਡ ਕੁਆਲੀਫਾਈ। ਆਈਲੈਟਸ ਇਹਨਾਂ ਨੂੰ ਕਰਨਾ ਪਏਗਾ ਪੀਐਨਪੀ ਦੇ ਟਾਈਮ ਤੇ ਹੀ ਕੈਨ ਕੁਆਲੀਫਾਈ। ਇੱਕੋ ਹੀ ਚੀਜ਼ ਕਿ EMPLOYER ਲੱਭਣ ਜਿਹੜਾ LMIA ਤੇ ਇਹਨਾਂ ਨੂੰ ਕੰਮ ਕਰਵਾਉਣਾ ਸੀ। ਜੀ ਬਿਲਕੁਲ ਸਰ। ਇਸ ਤੋਂ ਪਹਿਲਾਂ ਇੱਕ ਮੈਮ ਨੇ ਕਾਲ ਕੀਤੀ ਸੀ ਜਿਨ੍ਹਾਂ ਦੇ ਹਸਬੈਂਡ ਦਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਹੈ, ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਐਕਸਟੈਂਸ਼ਨ ਲਈ ਕੋਈ ਵੀ ਐਪਲੀਕੇਸ਼ਨ ਨਹੀਂ ਪਾਈ। ਤਰਨ ਜੀ, ਅਸੀਂ ਹਮੇਸ਼ਾ ਰਿਕਮੈਂਡ ਕਰਦੇ ਹਾਂ ਕਿ ਯੂ ਹੈਵ ਟੂ ਐਕਸਟੈਂਡ ਯੋਰ ਸਟੇ। ਜਦੋਂ ਵੀ ਵਿਜ਼ਿਟ ਵੀਜ਼ਾ ਤੇ ਤੁਸੀਂ ਕੈਨੇਡਾ ਆਉਂਦੇ ਹੋ ਤੇ ਤੁਹਾਡਾ ਸਟੇ ਨਾਰਮਲੀ ਵੈਲਿਡ ਹੁੰਦਾ ਫॉर ਅ ਪੀਰੀਅਡ ਆਫ 6 ਮੰਥਸ। ਜਦੋਂ ਤੁਸੀਂ ਸੁਪਰ ਵੀਜ਼ਾ ਤੇ ਆਉਂਦੇ ਹੋ ਤੇ ਤੁਹਾਡਾ ਸਟੇ ਵੈਲਿਡ ਹੁੰਦਾ ਹੈਗਾ ਫॉर ਅ ਪੀਰੀਅਡ ਆਫ 2 ਇਅਰਸ, ਪ੍ਰੋਵਾਈਡਡ ਯੂ ਸ਼ੋ your insurance at the port of entry, and ਜੇ ਤੁਹਾਡਾ ਟਾਈਮ ਪੀਰੀਅਡ 6 ਮਹੀਨੇ ਤੋਂ ਬਿਯੋਂਡ ਹੋ ਗਿਆ ਹੈਗਾ ਵਿਜ਼ਿਟ ਵੀਜ਼ਾ ਤੇ, ਜਾਂ 2 ਸਾਲ ਤੋਂ ਬਿਯੋਂਡ ਹੋ ਗਿਆ, ਤੇ ਟੈਕਨੀਕਲੀ ਯੂ ਸ਼ੁਡ ਅਪਲਾਈ ਫॉर ਐਕਸਟੈਂਸ਼ਨਸ, ਐਂਡ ਤੁਹਾਨੂੰ ਵਾਪਸ ਜਾਣ ਲੱਗਿਆ ਦਿੱਕਤ ਨਹੀਂ ਹੋਏਗੀ, ਬਟ ਤੁਹਾਨੂੰ ਅਗਲੀ ਵਾਰੀ ਆਉਣ ਲੱਗਿਆ ਡੈਫੀਨੇਟਲੀ ਦਿੱਕਤ ਹੋ ਸਕਦੀ ਹੈਗੀ ਹੈ। ਸੋ ਲੀਗਲ ਸਟੇਟਸ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈਗਾ, ਐਂਡ ਅੱਜ ਵੀ ਜੇ ਇਹਨਾਂ ਦਾ ਐਕਸਪਾਇਰ ਹੋਏ ਹਲੇ 3 ਮਹੀਨੇ ਦੇ ਅੰਦਰ ਹੈਗੇ ਨੇ, ਤੇ ਰੈਸਟੋਰੇਸ਼ਨ ਦੇ ਵਿੱਚ ਨਾਲ ਇਹਨਾਂ ਦੀ ਫਾਈਲ ਅੱਜ ਵੀ ਜਾ ਸਕਦੀ ਹੈ। ਤਾਂ ਇਨਫੋਰਮੇਸ਼ਨ ਲੈਣ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਕਿਸੇ ਕੰਸਲਟੈਂਟ ਨਾਲ ਸੰਪਰਕ ਕਰ ਸਕਦੇ। ਜੀ ਬਿਲਕੁਲ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੇਰਾ ਨਾਮ ਜਸਵਿੰਦਰ ਹੈ ਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਸਰ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਿਆ ਸੀ, ਮੇਰੇ ਕੋਲ LMI ਹੈਗੀ ਹੈ, ਮੇਰਾ ਕੈਨੇਡਾ ਦੇ ਵਿੱਚ ਓਨਟਾਰੀਓ 'ਚ ਸਾਲ ਦਾ ਐਕਸਪੀਰੀਅੰਸ ਹੈ। ਸਾਲ ਦਾ? ਮੇਰੀ ਏਜ ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ, ਤੇ ਮੇਰੀ ਏਜ 43 ਈਅਰ ਆ ਜੀ। ਤੇ ਉਹ ਏਜ ਕਰਕੇ ਮੇਰੇ ਪੁਆਇੰਟ ਨਹੀਂ ਬਣਦੇ, ਤੇ PNP 3 ਮਾਰਚ ਨੂੰ ਖੁੱਲੀ ਸੀ, ਦੁਬਾਰਾ ਕਦੋਂ ਓਪਨ ਹੋਊਗੀ ਜੀ PNP? ਤੁਸੀਂ ਕਿਸ ਫੀਲਡ 'ਚ ਸਰ 1 ਸਾਲ ਦਾ ਐਕਸਪੀਰੀਅੰਸ ਹੈ ਤੁਹਾਨੂੰ? ਹੈਲੋ ਸਰ, ਕਿਸ ਫੀਲਡ ਵਿੱਚ ਤੁਹਾਨੂੰ 1 ਸਾਲ ਦਾ ਐਕਸਪੀਰੀਅੰਸ ਹੈ? ਬੁੱਕ ਕੀਪਿੰਗ ਦੇ ਵਿੱਚ। ਬੁੱਕ ਕੀਪਿੰਗ 'ਚ? ਜੀ ਸਰ, ਤੁਸੀਂ ਇਹਨਾਂ ਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਬਿਲਕੁਲ, ਟੀਵੀ ਸਕਰੀਨ ਤੇ ਆਨਸਰ ਦੇਵਾਂਗੇ ਜੀ ਇਹਨਾਂ ਨੂੰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇਹਨਾਂ ਨੂੰ ਆਈਲੈਟਸ ਇੰਪਰੂਵ ਕਰਨ, ਆਪਣੇ ਆਈਲੈਟਸ ਇੰਪਰੂਵ ਕਰਨ ਦੇ ਨਾਲ ਇਹਨਾਂ ਦੇ ਸਕੋਰ ਦੇ ਫਰਕ ਪੈ ਸਕਦਾ ਹੈਗਾ, ਬਿਕੋਜ਼ 447 ਆਰਾਮ ਨਾਲ ਟੱਚ ਕਰ ਸਕਦੇ ਹੈਗੇ ਨੇ, ਪ੍ਰੋਵਾਈਡਡ ਇਹਨਾਂ ਦੇ ਕੋਲ ਬੈਕ ਹੋਮ ਬੈਚਲਰਸ ਹੋਵੇ, ਆਈਲੈਟ ਦਾ ਅੱਛਾ ਸਕੋਰ ਹੈਗਾ, 1 ਸਾਲ ਦੇ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ, ਉਹ ਵੀ ਪੁਆਇੰਟਸ ਐਡ ਹੋ ਜਾਣੇ, LMI ਦੇ ਵੀ ਪੁਆਇੰਟਸ ਐਡ ਹੋ ਸਕਦੇ। ਸੋ ਇਹਨਾਂ ਵਾਸਤੇ ਬੈਸਟ ਰਿਕਮੈਂਡਡ ਆ ਆਈਲੈਟਸ ਦੇ ਉੱਤੇ ਫੋਕਸ ਰੱਖਣ। ਜੇ PNP ਦੇ ਉੱਤੇ ਫੋਕਸ ਕਰਨਾ ਤੇ PNP ਖੁੱਲੇਗੀ ਮੋਸਟ ਲਾਈਕਲੀ ਸੈਪਟੈਂਬਰ ਜਾਂ ਅਕਤੂਬਰ ਦੇ ਵਿੱਚ ਸੈਕਿੰਡ ਟਾਈਮ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਮਿਰਸ਼ਾ ਗੱਲ ਬੋਲਦਾ ਮੈਂ ਜੀ ਸਰ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਜੀ, ਮੈਂ ਨਾ ਭਾਜੀ ਨੂੰ ਪੁੱਛਣਾ ਚਾਹੁੰਦਾ ਵੀ ਜਿੱਦਾਂ ਕਈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀਗੇ ਜਿਹੜੇ ਵਰਕ ਪਰਮਿਟ ਤੇ ਆ ਗਏ ਆ ਜੀ, ਤੇ ਹੁਣ ਕਈਆਂ ਦਾ ਨਾ ਵਰਕ ਪਰਮਿਟ ਜਿੱਦਾਂ ਅਪ ਟੂ ਐਂਡ ਲਾਈਨ ਹੀ ਆ, ਬਸ 2 ਮਹੀਨੇ 4 ਮਹੀਨੇ ਵੱਧ ਤੋਂ ਵੱਧ, ਤੇ ਜਿਹੜਾ ਇਹਦੇ ਕਰਕੇ ਆ ਕੋਵਿਡ ਕਰਕੇ ਨਾ ਵਿੱਚ 3-4 ਮਹੀਨਿਆਂ ਦਾ ਗੈਪ ਪੈ ਗਿਆ, ਕਈਆਂ ਨੂੰ ਜਿੱਦਾਂ ਜੌਬ ਤੋਂ ਕੱਢ ਦਿੱਤਾ ਗਿਆ ਜੀ। ਉਹ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਪੈ ਰਿਹਾ ਸੀਗਾ ਕਿਸੇ ਵੀ ਮਤਲਬ ਜੌਬ ਦੇ ਅੰਦਰ ਹਨਾ, ਉਹ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਉਹ ਟੁੱਟ ਗਿਆ ਵਿੱਚੋਂ ਜੀ। ਉਹ ਹੁਣ ਨਾ ਤਾਂ ਉਹ ਮਤਲਬ ਐਕਸਟੈਂਡ ਕਰਵਾ ਸਕਦੇ ਵਰਕ ਪਰਮਿਟ, ਕਿਉਂਕਿ ਉਹ LMI ਹੈ ਨਹੀਂ ਉਹਨਾਂ ਕੋਲੇ, ਤੇ ਨਾ ਹੀ ਗਵਰਨਮੈਂਟ ਨੇ ਕੋਈ ਇਹੋ ਜਿਹੀ ਕੱਢੀ ਪਾਲਿਸੀ ਵਰਕਰਸ ਵਾਸਤੇ ਵੀ ਜਿਹੜੇ ਆ 2-4 ਮਹੀਨੇ ਜਿਹੜੇ ਬਰਬਾਦ ਹੋਏ ਆ, ਜੇ ਤੁਹਾਨੂੰ ਜਿਹੜੇ ਐਕਸਟੈਂਡ ਕਰ ਦਿੱਤੇ ਜਾਣਗੇ ਜੀ, ਇਹੋ ਜਿਹੇ ਮਤਲਬ ਸਿਚੁਏਸ਼ਨ ਬੰਦਾ ਕੀ ਕਰੂਗਾ? ਜੀ ਬਿਲਕੁਲ ਸਰ, ਇਹ ਜਿਹੇ ਸਰਕਮਸਟੈਂਸਸ ਚ ਮੈਨੂੰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਦੇਣਾ ਚਾਹੋਗੇ ਜਾਂ ਕੁਝ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ?
ਤਰਨ ਤੁਹਾਨੂੰ ਇੱਕ ਵਾਰੀ ਰਿਪੀਟ ਕਰਨਾ ਪੈਣਾ ਜੀ ਐਂਡ ਬਿਲਕੁਲ ਦੈਨ ਵੀ ਸਰ ਕੈਨ ਆਨਸਰ ਬਿਲਕੁਲ ਸਰ ਤੁਸੀਂ ਔਨ ਹੋਲਡ ਰਹੋ, ਮੈਂ ਤੁਹਾਨੂੰ 1 ਮਿੰਟ ਹੋਲਡ 'ਚ ਰੱਖ ਰਹੀ ਹਾਂ। ਮਨੂ ਜੀ ਇਹ ਪੁੱਛ ਰਹੇ ਨੇ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦਾ ਵਰਕ ਪਰਮਿਟ ਹਾਰਡਲੀ 2 ਜਾਂ 3 ਮਹੀਨੇ ਦਾ ਰਹਿ ਗਿਆ, ਉਹਨਾਂ ਕੋਲ ਐਕਸਪੀਰੀਅੰਸ ਪੂਰਾ ਨਹੀਂ ਹੋ ਪਾਇਆ ਤੇ ਇਸ ਦੇ ਕਰਕੇ ਜਿਵੇਂ ਉਹਨਾਂ ਦਾ ਅਸੀਂ ਦੇਖ ਰਹੇ ਹਾਂ ਕਿ 3 ਤੋਂ 4 ਮਹੀਨੇ ਦਾ ਗੈਪ ਪੈ ਗਿਆ, ਕਈਆਂ ਦੇ ਕੋਲ ਹੁਣ LMIA ਵੀ ਨਹੀਂ ਹੈਗੀ, ਉਹਨਾਂ ਦਾ ਹੁਣ ਕੀ ਕੀਤਾ ਜਾਏਗਾ? ਐਕਸਪੀਰੀਅੰਸ ਪੂਰਾ ਨਹੀਂ ਹੋ ਰਿਹਾ ਤੇ ਉਹ ਆਪਣੀ PR ਦੀ ਫਾਈਲ ਲਈ ਅੱਗੇ ਐਲੀਜੀਬਲ ਨਹੀਂ ਹੋ ਪਾ ਰਹੇ ਤੇ ਦੂਜੇ ਪਾਸੇ ਉਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋਣ ਵਾਲਾ ਤੇ ਉਹਦੇ ਲਈ ਵੀ ਉਹ ਅੱਗੇ ਐਕਸਟੈਂਡ ਨਹੀਂ ਕਰ ਸਕਦੇ। ਇਹੋ ਜਿਹੇ ਸਰਕਮਸਟੈਂਸਿਸ 'ਚ ਉਹ ਕੀ ਕਰਨ? ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਟੀਵੀ ਸਕਰੀਨ ਤੇ ਆਨਸਰ ਦੋਗੇ? ਇਹਨਾਂ ਨੂੰ ਕਹੋ ਕਿ ਟੀਵੀ ਸਕਰੀਨ ਤੇ ਆਨਸਰ ਸਰ ਸੁਣੋ ਤੁਸੀਂ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ ਜੀ, ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਐਸੇ ਆਸ ਦੇ ਵਿੱਚ ਬੈਠੇ ਸੀਗੇ ਕਿ ਸਾਡਾ ਟਾਈਮ ਪੀਰੀਅਡ ਪੂਰਾ ਹੋ ਜਾਏਗਾ ਜਾਂ PNP ਦੇ ਵਿੱਚ, ਓਨਟਾਰੀਓ PNP ਦੇ ਵਿੱਚ ਸਾਡਾ ਹੈਲਪ ਹੋ ਜਾਏਗੀ। ਜਿਨ੍ਹਾਂ ਦਾ ਟਾਈਮ ਪੀਰੀਅਡ ਘੱਟ ਰਹਿ ਗਿਆ ਹੈਗਾ ਗੈਟਿੰਗ ਇਨਟੂ ਸਟੇਟਸ, ਹਰ ਇੰਡੀਵਿਜੂਅਲ ਇੱਕ ਡਿਫਰੈਂਟ ਸਰਕਮਸਟੈਂਸਸ ਦੇ ਵਿੱਚ ਬੈਠਾ ਹੋਇਆ। ਕਿਸੇ ਦੇ ਇਹਦੇ ਵਿੱਚ ਕੋਈ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ, ਕੋਈ ਵਿਆਹ ਕਰਨ ਜਾ ਰਿਹਾ PR ਸਿਟੀਜ਼ਨ ਦੇ ਨਾਲ, ਉਹ ਕਾਫੀ ਸਾਰੀਆਂ ਆਪਸ਼ਨਸ ਦੇਖੀਆਂ ਜਾ ਸਕਦੀਆਂ ਲੁਕਿੰਗ ਇਨਟੂ देयर ਇੰਡੀਵਿਜੂਅਲ ਸਰਕਮਸਟੈਂਸਸ। ਅਸੀਂ ਇਹੋ ਜਿਹੇ ਸਾਰੇ ਬੱਚਿਆਂ ਨੂੰ ਕਹਿੰਦੇ ਆ ਕਿ ਫੋਨ ਕਰਕੇ ਸਾਡੇ ਨਾਲ ਅਪਾਇੰਟਮੈਂਟ ਆਪਣਾ ਕੇਸ ਡਿਸਕਸ ਕਰੋ ਐਂਡ ਵੀ ਕੈਨ ਗਾਈਡ ਯੂ ਲੁਕਿੰਗ ਇਨਟੂ ਯੋਰ ਪਾਰਟਿਕੂਲਰ ਸਰਕਮਸਟੈਂਸਸ। ਬਿਕੋਜ਼ ਜੇ ਮੈਂ ਆਨਸਰ ਕੋਈ ਵੀ ਦਿੱਤਾ, ਟੈਕਨੀਕਲੀ ਤੁਹਾਨੂੰ LMIA ਜ਼ਰੂਰ ਚਾਹੀਦੀ ਹੋਗੀ ਜੇ ਆਪਣੇ ਬੇਸ ਦੇ ਉੱਤੇ ਤੁਸੀਂ ਇੱਥੇ ਐਕਸਟੈਂਡ ਕਰਨਾ ਚਾਹੁੰਦੇ ਹੋ, ਰਹਿਣਾ ਚਾਹੁੰਦੇ ਹੋ, ਤੇ ਯੂ ਵੁੱਡ ਡੈਫੀਨਿਟਲੀ ਯੋਰ EMPLOYER ਵੁੱਡ ਨੀਡ ਟੂ ਗਿਵ ਯੂ ਅ LMIA, ਤਾਂ ਹੀ ਤੁਸੀਂ ਇੱਥੇ ਰਹਿ ਪਾਓਗੇ। ਬਟ ਕਈ ਹੋਰ ਸਰਕਮਸਟੈਂਸਸ ਇੰਡੀਵਿਜੂਅਲ ਕੇਸ ਦੇ ਉੱਤੇ ਦੇਖੇ ਜਾ ਸਕਦੇ ਨੇ, ਡਿਸਕਸ ਕੀਤੇ ਜਾ ਸਕਦੇ ਨੇ। ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ 1-on-1 ਸਾਡੇ ਨਾਲ ਫੋਨ ਤੇ ਅਪਾਇੰਟਮੈਂਟ ਬਣਾ ਕੇ ਡਿਸਕਸ ਕਰੋ ਤਾਂ ਕਿ ਅਸੀਂ ਤੁਹਾਨੂੰ ਗਾਈਡ ਕਰ ਸਕੀਏ ਤੁਹਾਡੇ ਵਾਸਤੇ ਬੈਸਟ ਸੂਟਡ ਆਪਸ਼ਨ ਕਿਹੜੀ ਐਗਜ਼ਿਸਟ ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਚੁੱਕੇ ਨੇ ਤੇ ਲਾਸਟ ਕਾਲ ਅਸੀਂ ਪ੍ਰੋਗਰਾਮ ਦੀ ਲੈ ਰਹੇ ਹਾਂ ਕਿਉਂਕਿ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਜੀ ਸਰ ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਦੱਤਾ ਸਾਹਿਬ ਤੋਂ ਇਹ ਪੁੱਛਣਾ ਸੀਗਾ, ਮੇਰੀ ਫਾਈਲ ਆਈ ਹੋਈ ਜਾਂਦੀ ਸੀ ਜੀ ਨੈਣੀ ਦੀ ਜਨਵਰੀ ਦੇ ਮਿਡ ਦੇ ਵਿੱਚ ਜੀ ਤੇ ਸਾਰੀ ਫਾਰਮੈਲਿਟੀ ਜਿੰਨੀ ਸੀ ਪੂਰੀ ਕਰਕੇ ਨਾ ਕੁਝ ਨਹੀਂ ਆਇਆ, ਕੋਈ ਐਕਨੋਲੇਜਮੈਂਟ ਨੰਬਰ ਨਹੀਂ ਆਇਆ ਜੀ, ਕੁਝ ਹੀ ਨਾ ਕੁਝ ਦੱਸ ਰਹੇ ਆ, ਕਹਿੰਦੇ ਵੀ COVID-19 ਕਰਕੇ ਲੇਟ ਹੋ ਰਿਹਾ ਵਾ। ਇੱਕ ਇਹ ਦੱਸਿਆ ਸੀਗਾ ਆਪਣੇ ਜੀ, ਹੋਰ ਪੁੱਛਣਾ ਸੀਗਾ ਵੀ ਸਾਡਾ ਵੀਜ਼ਾ ਜਿਹੜਾ ਅਸੀਂ ਐਕਸਟੈਂਡ ਕਰਾ ਰਹੇ ਹਾਂ ਵਿਜ਼ਟਰ ਵੀਜ਼ੇ ਤੇ ਆਏ ਸੀਗੇ। ਸੈਕੰਡਲੀ ਇਹ ਪੁੱਛਣਾ ਇਹਨਾਂ ਤੋਂ ਅਸੀਂ ਵੀ ਜਿਹੜਾ ਸਾਡਾ ਹੁਣ ਇਹ ਚੱਲ ਰਿਹਾ ਜੀ ਸਿਸਟਮ, ਕਹਿ ਰਹੇ ਆ ਵੀ ਪਹਿਲਾਂ ਆਪਣੇ ਦੂਜੇ ਖਹਿਰਾ ਸਾਹਿਬ ਨੇ ਕਿਹਾ ਸੀ ਵੀ 1 ਸਾਲ ਦਾ ਪ੍ਰੋਸੈਸ ਚੱਲੂਗਾ। ਦੱਤਾ ਸਾਹਿਬ ਕਹਿ ਰਹੇ ਸੀ ਪਿਛਲੀ ਵਾਰ ਜਦੋਂ ਆਏ ਸੀਗੇ ਵੀ ਇਹ ਤੁਹਾਡਾ ਜਿਹੜਾ ਵਰਕ ਪਰਮਿਟ ਆ ਇਹ 90 ਦਿਨ ਦੇ ਵਿੱਚ ਆ ਸਕਦਾ ਵਾ, ਕੋਵਿਡ ਕਰਕੇ ਲੇਟ ਹੋ ਸਕਦਾ ਮਹੀਨਾ 1.5 ਮਹੀਨਾ ਜੀ। ਅਸੀਂ ਇਹੀ ਪੁੱਛਣਾ ਵੀ ਇਹ ਕਦੋਂ ਤੱਕ ਹੋ ਸਕਦਾ ਵੀ ਜਿਹਦੇ ਅਕੋਰਡਿੰਗ ਅਸੀਂ ਬੱਚਿਆਂ ਨੂੰ ਐਡਮਿਸ਼ਨ ਦਵਾ ਸਕਦੇ ਹਾਂ ਆਪਦਾ ਜੀ, ਕੁਝ ਵੀ ਹੋ ਜੀ। ਤੁਸੀਂ ਮਨੂ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਟੀਵੀ ਸਕਰੀਨ ਤੇ ਆਨਸਰ ਜੀ ਤੁਸੀਂ ਟੀਵੀ ਸਕਰੀਨ ਤੇ ਸਰ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਇਹਨਾਂ ਵਾਸਤੇ ਇੱਕੋ ਸੁਜੈਸ਼ਨ ਹੈਗਾ, ਜਿਹੜੇ ਕੰਸਲਟੈਂਟ ਦੇ ਰਾਹੀਂ ਇਹਨਾਂ ਨੇ ਫਾਈਲ ਲਗਾਈ ਸੀਗੀ ਉਸ ਲਾਇਰ ਦੇ ਥਰੂ ਉਹਦੇ ਨਾਲ ਆਪਣਾ ਕੇਸ ਡਿਸਕਸ ਕਰਨ, ਕਿਸੇ ਹੋਰ ਦੀ ਸਲਾਹ ਲਾ ਲੈਣ ਐਂਡ ਉਹਨਾਂ ਨਾਲ ਹੀ ਡਿਸਕਸ ਕਰਨ। ਦੂਸਰੀ ਚੀਜ਼, ਟਾਈਮ ਪੀਰੀਅਡ ਦੇ ਉੱਤੇ ਨਾ ਤਾਂ ਮੇਰਾ ਕੋਈ ਰੋਲ ਹੈਗਾ ਨਾ ਕਿਸੇ ਹੋਰ ਕੰਸਲਟੈਂਟ ਲਾਇਰ ਦਾ ਰੋਲ ਹੈਗਾ। ਸੋ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਨੇ ਦੇ ਵਿਲ ਟੇਕ देयर ਓਨ ਟਾਈਮ। ਵੀ ਕੈਨ ਓਨਲੀ ਟਾਕ ਕਿ ਐਕਸਪੈਕਟਡ ਟਾਈਮ ਕਿੰਨਾ ਹੋ ਸਕਦਾ ਹੈਗਾ। ਸੋ ਕੈਸ ਰਾਈਆਂ ਉੱਤੇ ਤੁਸੀਂ ਦੇਖ ਰਹੇ ਹੋ, ਅਦਰਵਾਈਜ਼ ਤੁਸੀਂ ਆਪਣਾ ਕੇਸ ਇੰਡੀਵਿਜੂਅਲੀ ਤੁਸੀਂ ਡਿਸਕਸ ਕਰਨਾ ਚਾਹੋਗੇ, ਨੋਬਡੀ ਵਿਲ ਗਿਵ ਯੂ ਅ appropriate straight away ਕਿ ਇੰਨੇ 40 ਦਿਨ ਲੱਗਣਗੇ, 45 ਦਿਨ ਲੱਗਣਗੇ। there is no answer or such answer. only thing is wait and watch and see how it goes. ਬਿਲਕੁਲ ਜੀ, ਕਿਉਂਕਿ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਸਾਰੇ ਹੀ ਕੰਮ ਸ਼ੁਰੂ ਹੋ ਚੁੱਕੇ ਨੇ, ਸੋ ਇਮੀਗ੍ਰੇਸ਼ਨ ਦੇ ਪ੍ਰੋਸੈਸ ਦੇ ਵਿੱਚ ਵੀ ਕਾਫੀ ਇਸ ਵਕਤ ਟਾਈਮਿੰਗ ਲੱਗ ਰਹੀ ਹੈ। ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਤੇ ICC ਇਮੀਗ੍ਰੇਸ਼ਨ ਆਪਣੇ ਆਫਿਸ ਜਿਹੜਾ ਕਦੋਂ ਓਪਨ ਕਰਨ ਜਾ ਰਿਹਾ? ਜਿਹੜੇ ਦਰਸ਼ਕ ਇਸ ਵਕਤ ਵੇਟ ਕਰ ਰਹੇ ਨੇ ਕਿ ਤੁਹਾਨੂੰ ਪਰਸਨਲੀ ਜਾ ਕੇ ਮੁਲਾਕਾਤ ਹੋ ਸਕੇ ਤੁਹਾਡੇ ਨਾਲ। ਤਰਨ ਜੀ, ਪਰਸਨਲੀ ਮੁਲਾਕਾਤ ਹਲੇ ਥੋੜੀ ਦੂਰ ਹੋਰ ਲੱਗ ਰਹੀ ਹੈ ਬਿਕੋਜ਼ 9 ਜੂਨ ਤੱਕ ਤੇ ਫਿਰ ਅਨਾਉਂਸਮੈਂਟ ਹੋ ਗਈ ਓਨਟਾਰੀਓ ਦੀ ਕਿ ਆਫਿਸਿਸ ਬੰਦ ਰਹਿਣਗੇ। ਸੈਕੰਡ ਆਫ ਆਲ, ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਇਮੀਗ੍ਰੇਸ਼ਨ ਦਾ ਕੋਈ ਵੀ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਵੀ ਸਾਡੇ ਨਾਲ ਡਿਸਕਸ ਕਰ ਸਕਦੇ ਹੋ। ਐਵਰੀ ਸਿੰਗਲ ਡੇ ਅਸੀਂ 12 to 5 ਆਪਣੇ ਸਾਰੀ ਈਮੇਲ, ਸਾਰੀ ਕਾਲਸ ਆਨਸਰ ਕਰਦੇ ਹਾਂ। ਤੁਸੀਂ ਵੀਡੀਓ ਕਾਨਫਰੰਸਿੰਗ ਤੇ ਆ ਕੇ ਇੰਡੀਵਿਜੂਅਲ ਕੰਸਲਟੇਸ਼ਨ ਲੈਣਾ ਚਾਹੋ ਉਹ ਵੀ ਪੋਸੀਬਿਲਿਟੀ ਹੈਗੀ ਹੈ। 1-on-1 ਮੀਟਿੰਗ ਹਲੇ ਪਤਾ ਨਹੀਂ ਕਦੋਂ ਪੋਸੀਬਲ ਹੋਏਗੀ, ਓਨਲੀ ਟਾਈਮ ਵਿਲ ਟੈਲ। ਬਟ ਆਪਣਾ ਕੇਸ ਅਸੀਂ ਆਪਣੇ ਐਗਜ਼ਿਸਟਿੰਗ ਐਂਡ ਨਿਊ ਕਲਾਇੰਟਸ ਨੂੰ ਉਸੇ ਤਰ੍ਹਾਂ ਕੇਟਰ ਕਰਦੇ ਹਾਂ, ਉਸੇ ਤਰ੍ਹਾਂ ਉਹਨਾਂ ਦੇ ਫਾਈਲਸ ਨੂੰ ਐਡਰੈਸ ਕਰ ਰਹੇ ਹਾਂ ਜਿਸ ਤਰ੍ਹਾਂ ਨਾਰਮਲੀ ਅਸੀਂ ਕਰਦੇ ਸੀਗੇ। ਸੋ ਆਪਣਾ ਕੋਈ ਵੀ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤੇ ICC ਇਮੀਗ੍ਰੇਸ਼ਨ ਦੇ ਸਾਨੂੰ ਕਾਲ ਕਰ ਸਕਦੇ ਹੋ। ਐਂਡ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਜੇ ਤੁਹਾਡਾ
ਇੰਟਰਨੈਸ਼ਨਲ ਸਟੂਡੈਂਟ ਸੀਗੇ, ਪੋਸਟ ਗ੍ਰੈਡ ਵਰਕ ਪਰਮਿਟ ਖਤਮ ਹੋਣ ਤੇ ਆ ਗਿਆ, 2 ਮਹੀਨੇ 4 ਮਹੀਨੇ ਜਾਂ ਸਵਾ ਸਾਲ ਰਹਿ ਗਿਆ, ਤੇ ਪਲਾਨ ਫॉर ਦੋਜ਼ ਓਪਰਚੁਨਿਟੀਜ਼ ਜਿਹੜੀ ਤੁਹਾਡੇ ਪੀਆਰ ਵਾਸਤੇ ਵਰਕ ਕਰਨਗੀਆਂ। ਐਂਡ ਜੇ ਤੁਸੀਂ ਵਿਜ਼ਿਟ ਵੀਜ਼ਾ ਤੇ ਹੈਗੇ ਹੋ ਤੇ 6 ਮਹੀਨੇ ਦਾ ਟਾਈਮ ਤੁਹਾਡਾ ਹੋ ਗਿਆ ਤੇ ਜਾਂ ਹੋਣ ਵਾਲਾ ਹੈਗਾ, ਤੇ ਐਕਸਟੈਂਸ਼ਨ ਦੇ ਉੱਤੇ ਜ਼ਰੂਰ ਕਰਿਆ ਜੇ, ਬਿਕੋਜ਼ ਅਗਲੀ ਵਾਰੀ ਤੁਹਾਨੂੰ ਕੈਨੇਡਾ ਆਉਣ ਦੇ ਵਿੱਚ ਇਸ਼ੂ ਆਣਗੇ। ਸੋ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਕੋਈ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਤੁਸੀਂ 1-on-1 ਸਾਡੇ ਨਾਲ ਕੰਸਲਟੇਸ਼ਨ ਕਰ ਸਕਦੇ ਹੈਗੇ ਹੋ। ਐਂਡ ਜੇ ਤੁਸੀਂ ਡੈਪਥ ਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਤੇ ਆਪਣੀ ਪੂਰੀ ਡਿਟੇਲਸ ਭੇਜ ਕੇ ਤੁਸੀਂ ਪੇਡ ਕੰਸਲਟੇਸ਼ਨ ਵਾਸਤੇ ਜਾ ਸਕਦੇ ਹੋ, ਤਾਂ ਕਿ ਤੁਸੀਂ ਯੂ ਹੈਵ ਆਲ ਯੂਰ ਕੁਐਸਚਨਸ ਆਨਸਰਡ, ਕੁਐਰੀਜ਼ ਆਨਸਰਡ। ਸੈਕੰਡ ਆਫ ਆਲ, ਇਹੀ ਕੰਸਲਟੇਸ਼ਨ ਤੁਹਾਡੀ ਪ੍ਰੋਫੈਸ਼ਨਲ ਫੀਸ ਦੇ ਵਿੱਚ ਡਿਡਕਟ ਹੋ ਜਾਏਗੀ ਜੇ ਤੁਸੀਂ ਸਾਡੀ ਸਰਵਿਸਿਜ਼ ਬਾਅਦ ਚ ਲਓ। ਬਿਲਕੁਲ ਜੀ, ਥੈਂਕ ਯੂ ਵੈਰੀ ਮਚ ਕਰਨ ਜੀ, ਤੁਹਾਡਾ ਟਾਈਮ ਸਾਡਾ ਅੱਜ ਇੰਟਰਵਿਊ ਕਰਨ ਵਾਸਤੇ। ਬਿਲਕੁਲ ਸਰ, ਥੈਂਕ ਯੂ ਸੋ ਮਚ। ਤੁਸੀਂ ਆਪਦੇ ਕੀਮਤੀ ਸਮੇਂ ਚੋਂ ਸਾਡੇ ਲਈ ਇੰਨਾ ਸਮਾਂ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ। ਥੈਂਕ ਯੂ ਸੋ ਮਚ। ਸੋ ਇਹ ਸਨ ਜੀ ਮਨੂ ਦੱਤਾ ਜੀ ਫਰੋਮ ਆਈਸੀਸੀ ਇਮੀਗ੍ਰੇਸ਼ਨ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਕੰਸਲਟੈਂਟ ਨੂੰ ਅਸੀਂ ਇਨਵਾਈਟ ਕਰਦੇ ਹਾਂ ਜਿਨ੍ਹਾਂ ਨੂੰ ਸਭ ਤੋਂ ਵੱਧ ਤਜਰਬਾ ਹੋਵੇ ਆਪਣੀ ਫੀਲਡ ਦਾ, ਤਾਂ ਕਿ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦਿੱਤੀ ਜਾ ਸਕੇ। ਇਮੀਗ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਅਜਿਹਾ ਹੈ ਕਿ ਕਿੰਨਾ ਟਾਈਮ ਲੱਗੇਗਾ ਇਹ ਸਿਰਫ ਵੀਜ਼ਾ ਆਫਿਸਰ ਤੇ ਡਿਪੈਂਡ ਕਰਦਾ ਹੈ, ਜਾਂ ਜਿਨ੍ਹਾਂ ਨੇ ਪ੍ਰੋਸੈਸਿੰਗ ਕਰਨੀਆਂ ਨੇ ਫਾਈਲਸ ਉਹਨਾਂ ਤੇ ਡਿਪੈਂਡ ਕਰਦਾ ਕਿ ਕਦੋਂ ਤੁਹਾਡੀਆਂ ਫਾਈਲਸ ਪਿਕ ਕਰਦੇ ਨੇ। ਇਸ ਦੇ ਨਾਲ ਹੀ ਫਿਲਹਾਲ ਇਸ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ। ਸ਼ਾਮ ਨੂੰ 6 ਤੋਂ 7 ਵਜੇ ਤੱਕ ਨਿਊਜ਼ ਐਂਡ ਵਿਊਜ਼ ਲੈ ਕੇ ਹਾਜ਼ਰ ਹੋਵਾਂਗੇ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।